ਕਲਗੀਧਰ ਪਾਤਸ਼ਾਹ ਨੇ ਹੇਮਕੁੰਟ ਸਾਹਿਬ ਇੰਨਾ ਲੰਮਾ ਚੌਂਕੜਾ ਬਰਫ਼ ਦੇ ਘਰ ਵਿੱਚ ਬੈਠੇ। ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਦੱਸਦੇ ਹੁੰਦੇ, ਸੁਣਦੀਆਂ ਨਿੰਦੀਆਂ ਸੰਗਤਾਂ ਬਚਨ, ਕਿ ਸੰਤਮਾਰ ਨਹਿਰ ਦੇ ਕੰਢੇ ਲੱਠੇ ਦੀਆਂ ਚਾਦਰਾਂ ਲੈ ਕੇ ਫਿਰ ਲੈਣ ਲੱਗੀ ਹੁੰਦੀ, 200-200 300-300 ਸਿੰਘ। ਜਦ ਉੱਠਦੇ ਕਹਿੰਦੇ ਉੱਤੇ ਕੋਰਾ ਜੰਮਿਆ ਹੁੰਦਾ ਚਾਦਰਾਂ ਤੇ, ਲੱਠੇ ਦੀਆਂ ਚਾਦਰਾਂ। ਸਾਨੂੰ ਅੰਦਰ ਵੀ ਠੰਡ, ਹੀਟਰ ਲਾ ਕੇ ਪੈਂਦੇ ਵੀ ਠੰਡ ਲੱਗਦੀ ਹੈ। ਸਾਧ ਸੰਗਤ ਜੀ, ਇਹ ਸਾਰੀਆਂ ਤਾਕਤਾਂ ਰੱਬੀ ਸਰੀਰ ਦੇ ਵਿੱਚ ਹੀ ਰੱਖੀਆਂ ਨੇ ਅਕਾਲ ਪੁਰਖ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। 9 ਨਿਧੀਆਂ 18 ਸਿੱਧੀਆਂ ਦਾ ਮਾਲਕ ਪਰਮਾਤਮਾ ਦਾ ਨਾਮ ਸਭ ਦੇ ਹਿਰਦੇ ਵਿੱਚ। ਇਹਨੂੰ ਪਰਾ ਬਾਣੀ ਕਹਿੰਦੇ ਨੇ, ਜਦੋਂ ਕੰਠ ਵਿੱਚ ਸਿਮਰਨ ਹੋਣ ਲੱਗ ਜਾਂਦਾ ਹੈ। ਇਸ ਤੋਂ ਅੱਗੇ ਹੈ ਪਸੰਤੀ ਬਾਣੀ। ਗੁਰਮੁਖ ਜਾਪੋ ਹਿਰਦੈ ਰਾਮ। ਬਚਨ ਸਾਰੇ ਬਾਣੀ ਦੇ ਨੇ, ਕੋਈ ਕਮਾ ਲਵੇ ਬਸ। ਪੜ੍ਹ ਲੈਣਾ, ਸੁਣ ਲੈਣਾ, ਵਿਚਾਰ ਕਰ ਲੈਣਾ ਵੀ ਚੰਗੀ ਗੱਲ ਹੈ, ਪਰ ਅਸਲ ਵਿੱਚ ਉਹਨੂੰ ਆਪਣੇ ਜੀਵਨ 'ਚ ਪ੍ਰੈਕਟੀਕਲ ਕਰਨਾ, ਕਮਾਉਣਾ। ਜਿਨ੍ਹਾਂ ਸਤਿਪੁਰਸ਼ਾਂ ਨੇ ਆਪ ਕਮਾਇਆ, ਉਹਨਾਂ ਨੇ ਫਿਰ ਇਹ ਬਚਨ ਦੱਸੇ ਹੈ। ਫਿਰ ਹਿਰਦੇ ਵਿੱਚ ਸਿਮਰਨ ਹੁੰਦਾ, ਇੱਥੇ ਸ਼ਬਦ ਪ੍ਰਗਟ ਹੋ ਜਾਂਦਾ। ਊਠਤ ਬੈਠਤ ਸੋਵਤ ਨਾਮ। ਸੁੱਤਿਆਂ ਵੀ ਸਿਮਰਨ ਹੋ ਰਿਹਾ, ਜਾਗਦਿਆਂ ਵੀ ਸਿਮਰਨ ਹੋ ਰਿਹਾ, ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ। ਜੰਗ ਵਿੱਚ ਤੇਗਾ ਵਾਹ ਰਿਹਾ, ਬ੍ਰਹਮ ਗਿਆਨੀ ਸਿੱਖ ਜੰਗ ਕਰਦੇ ਰਹੇ। ਸ਼ਹੀਦ ਬਾਬਾ ਦੀਪ ਸਿੰਘ ਜੀ, ਪੰਜੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਜੰਗ ਨਹੀਂ ਕੀਤਾ। ਸਾਰੇ ਬ੍ਰਹਮ ਗਿਆਨੀ ਗੁਰਸਿੱਖ ਹੋਏ ਨੇ, ਖੰਡਾ ਵੀ ਵਾਹੁੰਦੇ ਰਹੇ ਨੇ, ਵਾਰ ਕਰਕੇ ਸਿਰ ਧੜ ਨਾਲ ਲਹਿਦਾ ਵੀ ਕਰ ਦਿੰਦੇ ਸੀ, ਪਰ ਅੰਦਰ ਵਾਹਿਗੁਰੂ ਵਾਹਿਗੁਰੂ ਹੋ ਰਿਹਾ। ਉੱਥੇ ਸ਼ਬਦ ਪ੍ਰਗਟ ਹੋ ਜਾਂਦਾ, ਜਿਹਨੂੰ ਕਹਿੰਦੇ ਨਾਮ ਦੀ ਪ੍ਰਾਪਤੀ ਹੋ ਜਾਣੀ। ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ। ਇਹ ਅਵਸਥਾ ਹੈ ਕਿ ਆਧਾਰ ਬਣ ਜਾਏ, ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸਾਡਾ ਜੀਵਨ ਨਾਮ ਤੋਂ ਬਿਨਾਂ ਰਹਿ ਨਾ ਸਕੇ। ਜੀਵਨ ਆਧਾਰ ਬਣ ਜਾਏ ਨਾਮ। ਇੱਥੇ ਸ਼ਬਦ ਪ੍ਰਗਟ ਹੋ ਜਾਂਦਾ ਸਾਧ ਸੰਗਤ ਜੀ ਅੰਦਰ। ਜਿਵੇਂ ਆਪਾਂ ਟਿਊਬਵੈੱਲ ਲਾਉਂਦੇ ਹਾਂ, ਨਲਕੇ ਦਾ ਲਾਉਂਦੇ ਹਾਂ, ਚਾਹੇ ਮੋਟਰ ਵਾਸਤੇ ਲਾਉਂਦੇ ਹਾਂ, ਜਦੋਂ ਕੰਪਲੀਟ ਹੋ ਜਾਂਦਾ ਫਿਰ ਉੱਤੋਂ ਪਾਣੀ ਪਾਉਂਦੇ ਹਾਂ। ਪਹਿਲਾਂ ਉੱਪਰਲੇ ਪਾਣੀ ਦੀ ਸੰਗਤ ਕਰਕੇ ਥੱਲੇ ਵਾਲਾ ਪਾਣੀ ਜਦੋਂ ਪ੍ਰਗਟ ਹੋ ਜਾਂਦਾ ਹੈ, ਬਸ ਫਿਰ ਬਟਨ ਦੱਬਣ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਜਗਿਆਸੂ ਸਾਧਨਾ ਕਰਦਿਆਂ ਜਿਨ੍ਹਾਂ ਦੇ ਅੰਦਰ ਫਿਰ ਇੱਥੇ ਹਿਰਦੇ 'ਚ ਸਿਮਰਨ ਚੱਲਿਆ ਜਾਂਦਾ, ਉੱਥੇ ਸ਼ਬਦ ਪ੍ਰਗਟ ਹੋ ਜਾਂਦਾ। ਫਿਰ ਡਿਊਟੀ ਕਰ ਰਿਹਾ, ਕੰਮ ਕਾਰ ਕਰ ਰਿਹਾ, ਧੰਦੇ ਕਰ ਰਿਹਾ, ਫਿਰ ਉੱਥੇ ਕੋਈ ਫਰਕ ਨਹੀਂ ਹੁੰਦਾ। ਅੰਦਰ ਸਿਮਰਨ ਹੋ ਰਿਹਾ ਅਤੇ ਬਾਹਰ ਕੰਮ ਕਾਰ ਵਿਹਾਰ ਹੋ ਰਿਹਾ। ਜਿਵੇਂ ਮੁਰਗਾਬੀ ਪਾਣੀ 'ਚ ਸੁੱਕੀ ਹੁੰਦੀ ਹੈ, ਪਾਣੀ ਦੇ ਵਿੱਚ ਰਹਿੰਦੀ ਹੈ ਪਰ ਉਹਦੇ ਖੰਭ ਸੁੱਕੇ ਰਹਿੰਦੇ ਹੈ। ਕਮਲ ਫੁੱਲ ਪਾਣੀ ਦੇ ਵਿੱਚ ਹੁੰਦਾ ਹੈ, ਪਰ ਉਹਦੀਆਂ ਪੱਤੀਆਂ 'ਚ ਪਾਣੀ ਸਪਰਸ਼ ਨਹੀਂ ਕਰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਸਾਧ ਸੰਗਤ ਜੀ, ਬੇਨਤੀ ਇਹ ਬਚਨ ਅਸੀਂ ਮਹਾਂਪੁਰਸ਼ਾਂ ਦੇ ਸੁਣੇ ਹੋਏ ਜਾਂ ਪੜ੍ਹੇ ਹੋਏ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ। ਕਿਤੇ ਆਪਣੇ ਮਨ 'ਚ ਆਵੇ ਸ਼ਾਇਦ ਇਹਨਾਂ ਦੀ ਅਵਸਥਾ ਆਪਣੀ ਹੋਣੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਪਖੰਡ ਕਰਨ ਨੂੰ ਕੋਈ ਥਾਂ ਨਹੀਂ ਹੈ। ਕਰੈ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਹਾਂ, ਸੰਗਤ ਅਰਦਾਸ ਕਰੇ ਅਤੇ ਗੁਰੂ ਮਿਹਰ ਕਰ ਦੇਵੇ, ਫਿਰ ਤਾਂ ਪਿੰਗਲਾ ਵੀ ਪਹਾੜ ਚੜ੍ਹ ਸਕਦਾ ਹੈ। ਇਸ ਕਰਕੇ ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਅਸੀਂ ਸੁਣੇ ਹੋਏ ਬਚਨ ਨੇ ਮਹਾਂਪੁਰਸ਼ਾਂ ਦੇ ਜਾਂ ਪੜ੍ਹੇ ਹੋਏ ਨੇ, ਸਾਡੇ ਉੱਤੇ ਇਹਨਾਂ ਵਿੱਚੋਂ ਕੋਈ ਵੀ ਗੱਲ ਨਹੀਂ ਢੁੱਕਦੀ ਹੈ। ਅੱਗੇ ਫਿਰ ਨਾਭੀ ਵਿੱਚ ਸਿਮਰਨ ਹੁੰਦਾ। ਇੱਥੇ ਨਾੜੀਆਂ ਦਾ ਸੰਗ੍ਰਹਿ ਹੈ ਨਾਭੀ 'ਚ। ਇੱਥੇ ਜਦੋਂ ਸਿਮਰਨ ਹੋਣ ਲੱਗ ਜਾਂਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਜਿੰਨੇ ਸਰੀਰ ਉੱਤੇ ਰੋਮ ਨੇ, 3.5 ਕਰੋੜ ਰੋਮ
ਸਾਡੇ ਸਰੀਰ ਤੇ ਇੰਨੇ ਕੁ ਛੋਟੇ ਸਰੀਰ ਤੇ ਪ੍ਰਮਾਤਮਾ ਨੇ ਛੇਕ ਕੀਤੇ ਹੋਏ ਨੇ, ਇੰਨੇ ਰੋਮ ਨੇ ਸਾਡੇ ਸਰੀਰ ਉੱਤੇ। ਫਿਰ ਉਹ ਗੁਰਮੁਖ ਦੀ ਅਵਸਥਾ ਹੋ ਜਾਂਦੀ ਹੈ, ਜਿਵੇਂ ਪਾਣੀ ਦੀ ਮਸ਼ਕ ਹੋਵੇ, ਚੰਮ ਦੀ ਹੁੰਦੀ ਹੈ ਮਸ਼ਕ, ਉਹ 'ਚ ਸੂਈਆਂ ਮਾਰਦੀ ਏ ਅਤੇ ਫਿਰ ਉਹਨੂੰ ਦੱਬੀਏ, ਸਾਰੇ ਛੇਕਾਂ ਵਿੱਚੋਂ ਪਾਣੀ ਬਾਹਰ ਆਉਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਅਵਸਥਾ ਹੋ ਜਾਂਦੀ ਹੈ, ਫਿਰ ਜਿੰਨੇ ਸਰੀਰ ਦੇ ਰੋਮ ਨੇ ਉਹ ਜ਼ਬਾਨਾਂ ਬਣ ਜਾਂਦੀਆਂ ਸਾਧ ਸੰਗਤ। ਅਸੀਂ ਤਾਂ ਆਪਣੇ ਕੋਲੋਂ ਨਹੀਂ ਕੁਛ ਕਹਿੰਦੇ, ਸਾਡਾ ਗੁਰੂ ਕਹਿੰਦਾ ਪਿਆਰੇ ਜੀ ਗੁਰਮੁਖ ਪਿਆਰੇ ਦਾ, ਪਿਆਰੇ ਜੀ ਗੁਰਮੁਖ ਪਿਆਰੇ ਦਾ। ਗੁਰਮੁਖ ਪਿਆਰੇ ਦਾ, ਪਿਆਰੇ ਜੀ ਗੁਰਮੁਖ ਪਿਆਰੇ ਦਾ। ਪਿਆਰੇ ਰੋਮ ਰੋਮ ਹਰਿ ਧਿਆਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਰੋਮ ਰੋਮ ਹਰਿ ਧਿਆਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਰੋਮ ਰੋਮ ਹਰਿ ਧਿਆਵੈ। ਪਿਆਰੇ ਜੀ ਗੁਰਮੁਖ ਪਿਆਰੇ ਦਾ, ਪਿਆਰੇ ਗੁਰਮੁਖ ਪਿਆਰੇ ਦਾ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਸਾਧ ਸੰਗਤ ਜੀ ਜਿਨ੍ਹਾਂ ਨੇ ਨਹੀਂ ਜਪਿਆ ਕਦੇ, ਉਹ ਕਹਿੰਦੇ ਜ਼ਬਾਨ ਤੋਂ ਬਿਨਾਂ ਤਾਂ ਸਰੀਰ ਦਾ ਕੋਈ ਹਿੱਸਾ ਬੋਲਦਾ ਹੀ ਨਹੀਂ ਹੈ। ਪਰ ਇਹ ਤਾਂ ਕਮਾਈ ਦੀ ਲੋੜ ਹੈ। ਆਰੇ ਨੇ ਸਰੀਰ ਦੇ 2 ਹਿੱਸੇ ਕਰ ਦਿੱਤੇ, ਭਾਈ ਮਤੀ ਦਾਸ। ਹੁਣ ਸਰੀਰ ਦੇ 2 ਹਿੱਸੇ ਹੋ ਚੁੱਕੇ ਹੈ, ਪਰ ਅਜੇ ਬਾਣੀ ਦੀ ਆਵਾਜ਼ ਆ ਰਹੀ, ਜਪਜੀ ਸਾਹਿਬ ਦਾ ਪਾਠ ਅਜੇ ਵੀ ਹੋ ਰਿਹਾ। ਇੱਕ ਪੰਕਤੀ ਦੀ ਆਵਾਜ਼ ਇੱਧਰੋਂ ਆਉਂਦੀ, ਇੱਕ ਪੰਕਤੀ ਦੀ ਆਵਾਜ਼ ਇੱਧਰੋਂ ਆ ਰਹੀ। ਜਿਨ੍ਹਾਂ ਦੀ ਕਮਾਈ ਹੈ, ਜਿਹੜੇ 4 ਅੱਖਰ ਪੜ੍ਹ ਕੇ ਕਿਵੇਂ ਹੁੰਦਾ ਜੀ, ਕਿਉਂ ਹੁੰਦਾ ਜੀ, ਆਪ ਜਪਿਆ ਨਹੀਂ, ਕਿਸੇ ਨੂੰ ਜਪਣ ਵੀ ਨਹੀਂ ਦੇਣਾ। ਪਰ ਜਿਨ੍ਹਾਂ ਦੀ ਸਾਧਨਾ ਹੈ ਸਾਧ ਸੰਗਤ ਜੀ, ਉਹਨਾਂ ਦੇ ਰੋਮ ਰੋਮ ਵਿੱਚ ਸਿਮਰਨ। ਅੱਗੇ ਫਿਰ ਆਗਿਆ ਚੱਕਰ 2 ਅੱਖਾਂ ਤੇ ਨੱਕ ਦੀ ਜੜ ਵਿੱਚ, ਇਹਨੂੰ ਆਗਿਆ ਚੱਕਰ। ਅੱਗੇ ਤ੍ਰਿਕੁਟੀ, ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹੈ, ਤਾਂ ਮਨ ਖੀਵਾ ਭਾਈ।
ਇਸ ਤੋਂ ਅੱਗੇ ਦਸਮ ਦੁਆਰਾ ਅਗਮ ਪਾਰਾ ਪਰਮਪੁਰ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ। ਬਚਨ ਸਾਰੇ ਬਾਣੀ ਵਿੱਚ ਹੀ ਨੇ, ਪਰ ਲੋੜ ਹੈ ਕਮਾਈ ਕਰਨ ਦੀ। ਇਹ ਮਾਤਾ ਜੀ ਨੂੰ ਅਭਿਆਸ ਕਰਾ ਰਹੇ ਨੇ, ਮਾਤਾ ਜੀਤੋ ਜੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ। ਇੱਥੇ ਅਵਸਥਾ ਚਲੀ ਗਈ ਕਿ ਰੋਜ਼ ਕਈ ਕਈ ਘੰਟੇ ਅਖੰਡ ਚੌਂਕੜਾ, ਸੁਰਤ ਦਸਮ ਦੁਆਰ ਵੀ ਟਿਕੀ। ਸੋ ਸਾਧ ਸੰਗਤ ਜੀ, ਜਿਹੜੇ ਸਾਧਕ ਪੁਰਸ਼ ਨੇ, ਰਿਸ਼ੀਆਂ ਮੁਨੀਆਂ ਗੁਰੂਆਂ ਅਵਤਾਰਾਂ ਨੇ, ਜਿਹੜਾ ਅੱਜ ਸਮਾਂ ਬੀਤ ਰਿਹਾ ਜਾਂ ਯੁੱਗ ਪਹਿਲਾਂ ਬਚਨ ਕਰ ਦਿੱਤੇ ਵੀ ਆਹ ਕੁਛ ਹੋਏਗਾ ਸੰਸਾਰ ਦੇ ਉੱਤੇ, ਜਿਹਨੂੰ ਆਪਾਂ ਸਾਇੰਸ ਕਹਿੰਦੇ ਹਾਂ, ਇਹ ਸਰਚ ਕਰ ਰਹੀ ਹੈ। ਸਰਚ ਭਾਵ ਲੱਭ ਰਹੀ ਆ। ਉਹ ਇਹਨਾਂ ਦੀ ਕੋਈ ਕਾਢ ਨਹੀਂ ਹੈ, ਇਹ ਕਹਿੰਦੇ ਅਸੀਂ ਸਰਚ ਕਰ ਰਹੇ ਹਾਂ। ਜਿਹੜੇ ਬਚਨ ਪਹਿਲਾਂ ਕਹੇ ਹੋਏ ਨੇ ਗ੍ਰੰਥਾਂ ਵਿੱਚ, ਰਿਸ਼ੀਆਂ ਨੇ, ਗੁਰੂਆਂ ਨੇ, ਅਵਤਾਰਾਂ ਨੇ, ਉਹਨੂੰ ਇਹ ਲੱਭ ਰਹੇ ਨੇ। ਸਰਚ ਲੱਭਣ ਨੂੰ ਕਹਿੰਦੇ ਨੇ। ਉਹਨਾਂ ਬਚਨਾਂ ਨੂੰ ਭਾਲ ਕਰ ਰਹੇ ਨੇ ਵੀ ਪਹਿਲਾਂ ਕਿਵੇਂ ਕਹਿ ਦਿੱਤੇ। ਸਾਇੰਸ ਅੱਜ ਤੱਕ ਇੱਕ ਧਰਤੀ ਮੰਨਦੀ ਰਹੀ ਵੀ ਧਰਤੀ ਇੱਕੋ ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਤੋਂ 500 ਸਵਾ 500 ਸਾਲ ਪਹਿਲਾਂ ਹੀ ਬਚਨ ਕੀਤਾ, ਧਰਤੀ ਹੋਰ ਪਰੈ ਹੋਰ। ਜਿੰਨੀ ਭਾਲ ਕਰਦੇ ਜਾਓਗੇ, ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਾਰ ਬ੍ਰਹਮ ਕੀ ਦੇਹ ਮੋਹ, ਕੋਟ ਕਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀਤੇ, ਰਵ ਸਸ ਕਰੋੜ ਜਲੇਸ਼। ਉਹ ਬੜਾ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਵਿਰਾਟ ਰੂਪ ਹੈ, ਉਹਦੇ ਵਿੱਚ ਕਰੋੜਾਂ ਹੀ ਸੂਰਜ ਚੜ੍ਹਦੇ ਨੇ, ਕਰੋੜਾਂ ਹੀ ਚੰਦਰਮੇ ਚੜ੍ਹਦੇ ਨੇ। ਇੱਕ ਧਰਤੀ ਤੇ ਇੱਕੋ ਹੀ ਹੁੰਦਾ ਹੈ, ਇੱਕ ਸੂਰਜ ਇੱਕ ਚੰਦਰਮਾ। ਤੇ ਪਾਰ ਬ੍ਰਹਮ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀਤੇ, ਰਵ ਸਸ ਕਰੋੜ ਜਲੇਸ਼। ਕਰੋੜਾਂ ਹੀ ਚੜ੍ਹਦੇ ਨੇ ਸਾਧ ਸੰਗਤ। ਇਸ ਕਰਕੇ ਇਹ ਸਾਇੰਸ ਲੱਭ ਰਹੀ ਹੈ ਸਾਧ ਸੰਗਤ ਜੀ ਉਹਨਾਂ ਬਚਨਾਂ ਨੂੰ। ਆਪਾਂ ਨੂੰ ਬੀਤ ਗਏ ਸਮੇਂ ਦਾ ਪਤਾ ਵੀ ਕੱਲ੍ਹ ਕੀ ਹੋਇਆ, ਅੱਜ ਵਰਤਮਾਨ ਦਾ ਵੀ ਪਤਾ ਹੈ। ਮਰ ਦੀ ਹਜ਼ੂਰੀ 'ਚ ਬੈਠੇ ਹਾਂ, ਕਥਾ ਕੀਰਤਨ ਹੋ ਰਿਹਾ ਹੈ। ਕੱਲ੍ਹ ਦਾ ਕਿਸੇ ਨੂੰ ਨਹੀਂ ਪਤਾ ਕੀ ਹੋਣਾ ਹੈ। ਪਰ ਸਾਧ ਸੰਗਤ ਜੀ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਕਮਾਈ ਕੀਤੀ ਹੈ, ਉਹਨਾਂ ਨੇ ਆਉਣ ਵਾਲਾ ਸਮਾਂ ਪਹਿਲਾਂ ਆਖਿਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਨ੍ਹਾਂ ਨੇ ਸ਼ਬਦ ਦੁਆਰਾ ਖੋਜ ਕੀਤੀ ਹੈ, ਉਹਨਾਂ ਨੂੰ ਤਿੰਨੇ ਲੋਕ ਕਿਸ ਤਰ੍ਹਾਂ ਦਿਸਦੇ ਹਨ, ਜਿਵੇਂ ਹੱਥ ਉੱਤੇ ਔਲਾ ਪਿਆ ਦਿੰਦਾ ਹੁੰਦਾ। ਮਾਤਾ ਜੀਤੋ ਜੀ ਸਮਾਧੀ ਵਿੱਚ ਬੈਠੇ ਨੇ, ਸੁਰਤ ਸ਼ਬਦ ਨਾਲ ਸ਼ਬਦ ਰੂਪ ਹੋਈ ਹੈ। ਅੱਜ ਆਉਣ ਵਾਲਾ ਸਮਾਂ ਭਵਿੱਖਤ ਜਿਹਨੂੰ ਕਹਿੰਦੇ ਨੇ, ਫਿਊਚਰ ਕਹਿੰਦੇ ਨੇ ਅੰਗਰੇਜ਼ੀ ਵਾਲੇ, ਆਪਾਂ ਤਾਂ ਪੰਜਾਬੀ 'ਚ ਕਹਿੰਦੇ ਨੇ ਭਵਿੱਖਤ। ਆਉਣ ਵਾਲਾ ਸਮਾਂ ਜਿਹੜਾ ਅੱਗੇ ਆਉਣਾ ਹੈ, ਸਮਾਧੀ 'ਚ ਬੈਠੇ ਦੇਖ ਰਹੇ ਨੇ ਮਾਤਾ ਜੀ। ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਬਹੁਤ ਮਹੀਨੇ ਘੇਰਾ ਪਿਆ ਰਿਹਾ, 8 ਮਹੀਨੇ ਪਿਆ ਰਿਹਾ ਹੈ ਘੇਰਾ। ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਮਿਲ ਕੇ ਵਾਹ ਜਾਣ ਦੀ ਲਾ ਲਈ, ਹਰ ਹੀਲਾ ਵਰਤ ਲਿਆ, ਪਰ ਕਿਲ੍ਹੇ ਨੂੰ ਫਤਿਹ ਨਾ ਕਰ ਸਕੇ, ਜਿੱਤ ਨਾ ਸਕੇ। ਫਿਰ ਉਹਨਾਂ ਨੇ ਸ਼ਾਸਤਰ ਦੇ ਜੰਗ ਨਾਲੋਂ ਨੀਤੀ ਦੇ ਜੰਗ ਕਰਨਾ ਚੰਗਾ ਸਮਝਿਆ। ਰਾਜਨੀਤੀ ਦੇ 4 ਅੰਗ ਹੁੰਦੇ ਨੇ, ਸਾਮ, ਦਾਮ, ਦੰਡ, ਭੇਦ। ਸਾਮ ਪ੍ਰਚਾਰ ਕਰਨਾ। ਇਸੇ ਕਰਕੇ ਸਰਕਾਰਾਂ ਮੀਡੀਆ ਖਰੀਦ ਲੈਂਦੇ ਨੇ ਵੀ ਸਾਡਾ ਆਪਣਾ ਹੀ ਪ੍ਰਚਾਰ ਕਰੋ। ਝੂਠ ਹੈ ਉਹਨੂੰ ਸੱਚ ਦੱਸੋ, ਪਾਪ ਹੈ ਉਹਨੂੰ ਪੁੰਨ ਦੱਸੋ, ਗਲਤ ਹੈ ਉਹਨੂੰ ਠੀਕ ਦੱਸੋ। ਅਤੇ ਬਹੁਤ ਸਾਰੀ ਦੁਨੀਆ ਉੱਤੇ ਪ੍ਰਚਾਰ ਦਾ ਅਸਰ ਹੋ ਜਾਂਦਾ ਹੈ। ਪਰ ਅੱਜ ਹਰ ਇੱਕ ਦੇ ਹੱਥ ਵਿੱਚ ਮੀਡੀਆ, ਜਦੀ ਕਹਿੰਦੇ ਝੂਠ ਬੋਲਦੇ ਨੇ, ਉਹ ਜਦੇ ਉਲਟ ਕਰ ਦਿੰਦੇ ਨੇ, ਗੱਪ ਮਾਰਦੇ ਨੇ, ਝੂਠ ਬੋਲਦੇ ਨੇ। ਕੁਝ ਸਮਾਂ ਸੀ ਜਦੋਂ ਮੀਡੀਆ ਦਾ ਜਿਹੜਾ
ਅਸਰ ਹੁੰਦਾ ਸੀ। ਪਰ ਅੱਜ ਸਾਇੰਸ ਉਸ ਤੋਂ ਅੱਗੇ ਚਲੀ ਗਈ। ਹਰ ਇੱਕ ਦੇ ਹੱਥ ਵਿੱਚ ਆ ਜਿਹੜਾ ਅੰਦੋਲਨ ਚੱਲਿਆ, ਕਿਸੇ ਮੀਡੀਆ ਨੇ ਨਹੀਂ ਦਿਖਾਇਆ, ਆ ਸੋਸ਼ਲ ਮੀਡੀਆ ਨੇ ਸਾਰਾ ਪ੍ਰਚਾਰ ਕੀਤਾ ਹੈ। ਤਾਂ ਉਹਦਾ ਅਸਰ ਕੀ ਹੋਇਆ? ਸੱਚ ਦੀ ਫਤਿਹ ਹੋ ਗਈ। ਇਹ ਵੀ ਇੱਕ ਸਾਧਨ ਹੈ, ਰਾਜਨੀਤੀ ਦਾ ਅੰਗ ਹੈ ਪ੍ਰਚਾਰ ਕਰਨਾ। ਜਿਹੜੀ ਗੱਲ ਦਾ ਬਹੁਤਾ ਪ੍ਰਚਾਰ ਹੋਵੇ, ਬਹੁਤ ਸਾਰੇ ਲੋਕਾਂ 'ਤੇ ਅਸਰ ਹੋ ਜਾਂਦਾ। ਸਾਮ ਦਾਮ, ਲਾਲਚ ਦੇ ਕੇ ਖਰੀਦ ਲੈਣਾ। ਲੋਕੀ ਥੋੜ੍ਹੇ ਥੋੜ੍ਹੇ ਪੈਸਿਆਂ 'ਤੇ ਖਰੀਦੇ ਜਾਂਦੇ ਆ। ਕੋਈ ਸ਼ਰਾਬ ਦੀ ਬੋਤਲ 'ਤੇ ਹੀ ਵਿਕ ਜਾਂਦੇ ਨੇ ਲੋਕ, ਕੋਈ 500 ਰੁਪਈਆ ਲੈ ਕੇ ਵਿਕ ਜਾਂਦੇ ਆ। ਇੰਨੀ ਕੁ ਜ਼ਮੀਰ ਉਹਨਾਂ ਦੀ ਹੁੰਦੀ ਹੈ ਕਿ ਬਹੁਤੀ ਗੱਲ 5000 ਰੁਪਈਆ ਲੈ ਕੇ ਆਪਣੀ ਇੱਜ਼ਤ ਵੇਚ ਜਾਂਦੇ ਲੋਕ, ਜ਼ਮੀਰ ਵਿਕ ਜਾਂਦੀ ਹੈ। ਪਰ ਜਿਹੜੇ ਸਾਧ ਸੰਗਤ ਜੀ ਵਿਕੇ ਹੋਇਆਂ ਦੀ ਕੋਈ ਵੈਲਿਊ ਨਹੀਂ ਹੁੰਦੀ ਹੈ। ਸੋ ਆਓ, ਦਾਮ ਲਾਲਚ ਦੇ ਕੇ ਖਰੀਦ ਲੈਣਾ। ਦੰਡ ਫਿਰ ਸਖਤੀ ਵਰਤਣੀ, ਸਜ਼ਾ ਦੇਣੀ। ਤੇ ਚੌਥਾ ਅੰਗ ਹੈ ਫੁੱਟ ਪਾ ਦੇਣੀ, ਫਿਰਕੇ ਬਣਾ ਦੇਣੇ। ਜਿਹਦੇ ਵਿੱਚ ਫੁੱਟ ਆ ਜਾਵੇ ਉੱਥੇ ਤਾਕਤ ਖਤਮ ਹੋ ਜਾਂਦੀ ਹੈ। ਯੂਨੀਅਨ ਇਜ਼ ਸਟਰੈਂਥ, ਇਕੱਠ ਵਿੱਚ ਤਾਕਤ ਹੈ। ਇੱਕ ਉਂਗਲੀ ਮਾਰੀਏ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਜੇ ਇਕੱਠੀਆਂ ਕਰਕੇ 4 ਵੱਜਣ ਤਾਂ ਖਬਰ ਹੋ ਜਾਂਦੀ ਹੈ। ਇਸ ਕਰਕੇ ਇਹ 4 ਅੰਗ ਨੇ ਰਾਜਨੀਤੀ ਦੇ। ਉਹਨਾਂ ਨੇ ਫਿਰ ਅਨੰਦਪੁਰ ਸਾਹਿਬ ਦੇ ਰਸਤੇ ਬੰਦ ਕਰ ਦਿੱਤੇ। ਮਾਤਾ ਜੀ ਸੁਪਨੇ 'ਚ ਦੇਖ ਰਹੇ ਨੇ ਲੰਗਰ ਦੀ ਰਸਤ ਸੀ ਜਿਹੜੀ, ਭਾਵੇਂ ਬੌਲੀਆਂ ਮਾਹਰ ਨੇ ਪਹਿਲਾਂ ਹੀ ਬਣਾ ਦਿੱਤੀਆਂ ਸੀ ਕਿਲਿਆਂ ਦੇ ਵਿੱਚ, ਆਉਣ ਵਾਲੇ ਸਮੇਂ ਨੂੰ ਮਹਾਰਾਜ ਜਾਣਦੇ ਸੀ। ਪਰ ਲੰਮਾ ਘੇਰਾ ਹੋਣ ਕਰਕੇ ਰਸਤ ਫਤਿਹ ਹੋ ਗਈ ਅਤੇ ਲੰਗਰ ਮਸਤਾਨੇ ਹੋ ਗਏ। ਲੰਗਰ ਮੁੱਕਦਾ ਨਹੀਂ ਹੁੰਦਾ, ਲੰਗਰ ਮਸਤਾਨਾ ਹੋ ਜਾਂਦਾ ਹੁੰਦਾ। ਕਿਤੇ ਢਿੱਲ ਮੱਠ ਰਹਿ ਜਾਏ ਪ੍ਰਬੰਧਕਾਂ ਦੀ। ਮੁੱਕਦਾ ਤਾਂ ਨਹੀਂ, ਸਵੇਰੇ ਫੇਰ ਤਿਆਰ ਹੁੰਦਾ, ਦੇਗੇ ਫੇਰ ਚੜ੍ਹ ਜਾਂਦੇ ਨੇ। ਮੁੱਕਿਆ ਫਿਰ ਸਵੇਰੇ ਥੋੜ੍ਹਾ ਮਿਲੇਗਾ। ਇਹ ਫਿਰ ਸਵੇਰੇ ਦੇਗਾਂ ਤਿਆਰ ਹੁੰਦੀਆਂ, ਚੜ੍ਹੀਆਂ ਹੁੰਦੀਆਂ। ਮਸਤਾਨੇ ਹੋ ਗਏ। ਭੁੱਖਾ ਭਾਣਾ ਗੁਰੂ ਕਾ ਖਾਲਸਾ ਜੰਗ ਕਰ ਰਿਹਾ, ਇੱਕ ਭੁੱਖ ਨਾਲ, ਇੱਕ ਦੁਸ਼ਮਣ ਨਾਲ। 2 ਜੰਗ ਇਕੱਠੇ ਹੋ ਰਹੇ ਨੇ। ਭੁੱਖ ਵੀ ਬੜਾ ਵੱਡਾ ਦੁੱਖ ਹੈ। ਫਰੀਦਾ ਮੌਤੋਂ ਭੁੱਖ ਬੁਰੀ, ਦਿਨੇ ਸੁੱਤਾ ਖਾ ਕੇ ਰਾਤੀ ਸੁੱਤਾ ਖਾ ਕੇ ਦਿਨੇ ਫੇਰ ਖੜੀ। ਪਰ ਸਰੀਰ ਦੀ ਭੁੱਖ ਤਾਂ ਰਾਤ ਲੰਘ ਵੀ ਜਾਂਦੀ ਹੈ ਖੈਰ, ਪਰ ਮਨ ਦੀ ਭੁੱਖ ਹੈ ਜਿੰਨਾ ਕੁਛ ਮਿਲਦਾ ਉਨੀ ਵੱਧਦੀ ਜਾਂਦੀ ਹੈ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜਿੰਨੀਆਂ ਪੁਰੀਆਂ ਸਭ ਨੂੰ ਇੱਕ ਨੂੰ ਦੇ ਦਈਏ ਤਾਂ ਵੀ ਨਹੀਂ ਦੱਜ ਸਕਦਾ। ਮਾਤਾ ਜੀ ਦੇਖ ਰਹੇ ਨੇ ਕਿ ਭੁੱਖਾ ਭਾਣਾ ਗੁਰੂ ਕਾ ਖਾਲਸਾ ਜੰਗ ਕਰ ਰਿਹਾ ਦੁਸ਼ਮਣ ਨਾਲ। ਉਹਨਾਂ ਨੇ ਬੜੀਆਂ ਚਾਲਾਂ ਚੱਲੀਆਂ। ਆਟੇ ਦੀ ਗਊ ਬਣਾ ਕੇ ਥਾਲੀ 'ਚ ਕੁਰਾਨ ਰੱਖ ਕੇ ਪੰਮੇ ਪ੍ਰੋਹਤ ਵਰਗਿਆਂ ਨੂੰ ਭੇਜਿਆ ਕਿ ਅਸੀਂ ਕਸਮਾਂ ਖਾਂਦੇ ਹਾਂ ਹਿੰਦੂ ਸਾਰੇ ਗਊ ਦੀ। ਹਿੰਦੂ ਰਾਜੇ ਪਹਾੜੀ, ਜਿਹੜੇ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਕਢਾਏ ਸੀ ਪਹਾੜੀ, ਇਹਨਾਂ ਦੇ ਦਾਦੇ ਸੀ ਜਿਹੜੇ ਉਹਨਾਂ ਦੇ ਪੋਤਰੇ ਅੱਗੇ 10ਵੇਂ ਪਾਤਸ਼ਾਹ 'ਤੇ ਚੜ੍ਹ ਕੇ ਆਏ। ਫਿਰ ਕਿੱਥੇ ਨੇ ਪਹਾੜੀ ਰਾਜਿਆਂ ਦੇ ਰਾਜ? ਅਨੰਦਪੁਰ ਸਾਹਿਬ ਤਾਂ ਨਿਸ਼ਾਨ ਸਾਹਿਬ ਸਦਾ ਝੂਲਦਾ ਅਤੇ ਝੂਲਦਾ ਰਹੇਗਾ। ਇੱਕ ਨਹੀਂ ਚੜ੍ਹ ਕੇ ਆਇਆ ਤਾਂ ਸਕੇਤ ਮੰਡੀ ਦਾ ਰਾਜਾ ਗੁਰੂ ਘਰ 'ਤੇ ਨਹੀਂ ਚੜ੍ਹ ਕੇ ਆਇਆ। ਉਹ ਗੁਰੂ ਘਰ ਦਾ ਸ਼ਰਧਾਲੂ ਰਿਹਾ। ਉੱਥੇ ਅੱਜ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੁੰਦੀ, ਅੱਜ ਵੀ ਉੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਕਿਉਂਕਿ ਇਹਨੇ ਬੇਨਤੀ ਕਰ ਲਈ ਸੀ ਨਾ ਸਕੇਤ ਮੰਡੀ ਦੇ ਰਾਜੇ ਨੇ ਕਲਗੀਧਰ ਪਾਤਸ਼ਾਹ ਨੂੰ, ਜਦੋਂ ਰਵਾਲਸਰ ਗਏ ਨੇ ਮਹਾਰਾਜ, ਕਿ ਮਹਾਰਾਜ ਕਲਯੁਗ ਦਾ ਸਮਾਂ, ਸਕੇਤ ਮੰਡੀ 'ਤੇ ਕਿਰਪਾ ਰੱਖਿਓ। ਕੁੱਜਾ ਰੁੜਿਆ ਆ ਰਿਹਾ ਸੀ ਪਾਣੀ ਦੇ ਵਿੱਚ, ਗੰਗਾ ਦੇ ਵਿੱਚ, ਉਹਦਾ ਮੂੰਹ ਥੱਲੇ ਨੂੰ ਸੀ। ਸੱਚੇ ਪਾਤਸ਼ਾਹ ਨੇ ਪੱਥੇ ਦੇ ਵਿੱਚੋਂ ਛੋਟਾ ਤੀਰ ਕੱਢਿਆ, ਚਾੜਿਆ ਚਿੱਲੇ 'ਤੇ, ਮਾਰਿਆ ਕੁੱਜੇ ਨੂੰ ਤੀਰ ਵੱਜਿਆ ਅਤੇ ਕੁੱਜਾ ਘੁੰਮ ਕੇ ਸਿੱਧਾ ਹੋ ਗਿਆ।
ਟੁੱਟਿਆ ਨਹੀਂ, ਪਾਣੀ ਦੇ ਵਿੱਚ ਸੀ। ਤੇ ਕਲਗੀਧਰ ਪਾਤਸ਼ਾਹ ਬਚਨ ਕਰਦੇ ਨੇ, ਜੈਸੇ ਬੱਚੀ ਹੈ ਹਾਂਡੀ ਤੈਸੇ ਬੱਚੇਗੀ ਮਾਂਡੀ, ਜੋ ਮਾਂਡੀ ਕੋ ਲੂਟेंगे ਅਸਮਾਨੀ ਗੋਲੇ ਫੂਟेंगे। ਸਕੇਤ ਮੰਡੀ ਦਾ ਰਾਜਾ, ਤੈਨੂੰ ਤੋਪਾਂ ਨਹੀਂ ਫਿਰ ਚਲਾਉਣੀਆਂ ਪੈਣਗੀਆਂ, ਆਕਾਸ਼ 'ਚੋਂ ਗੋਲੇ ਚੱਲਣਗੇ। ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ। ਇੱਕ ਸਕੇਤ ਮੰਡੀ ਦਾ ਰਾਜਾ ਚੜ੍ਹ ਕੇ ਨਹੀਂ ਆਇਆ, ਬਾਕੀ ਸਾਰੇ ਪਹਾੜੀ ਰਾਜੇ ਅਕਿਰਤਕਣ ਹੋ ਗਏ, ਜਿਨ੍ਹਾਂ ਦੇ ਦਾਦਿਆਂ ਨੂੰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ 'ਚ ਰੁਲ ਕੇ ਮਰ ਜਾਣਾ ਸੀ, ਜਿਨ੍ਹਾਂ ਨੇ ਜਿਹੜੇ ਥੰਮਾਂ ਨਾਲ ਸੰਗਲਾਂ ਨਾਲ ਬੰਨੇ ਹੋਏ ਸੀ, ਸੁੱਕ ਕੇ ਪਿੰਜਰ ਹੋ ਗਏ ਸੀ ਸਰੀਰ। ਪਾਣੀ ਦਾ ਨੂਣ ਵਾਲਾ ਪਿਆਲਾ, ਇੱਕ ਛਾਣ ਦੀ ਰੋਟੀ, ਜਿਨ੍ਹਾਂ ਨੂੰ 8 ਪਹਿਰਾ ਮਗਰੋਂ ਦਿੱਤੀ ਜਾਂਦੀ ਸੀ। ਜਿਹੜੇ ਲੋਕ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲ ਜਾਂਦੇ ਨੇ, ਉਹਨਾਂ ਨੂੰ ਅਕਿਰਤਕਣ ਕਹਿੰਦੇ ਨੇ। ਤੇ ਧਰਤੀ ਉੱਤੇ ਸਭ ਤੋਂ ਭਾਰਾ ਬੰਦਾ ਕਿਰਤਕਣ ਹੈ। ਪਰਬਤਾਂ ਨਾਲੋਂ, ਨਦੀਆਂ ਨਾਲੋਂ, ਜੰਗਲ ਨਾਲੋਂ, 84 ਲੱਖ ਜੂਨੀ ਨਾਲੋਂ, ਆਹ ਵੱਡੇ ਵੱਡੇ ਮਨਾਰੇ ਕਿਲ੍ਹੇ, ਇਹਨਾਂ ਨਾਲੋਂ ਭਾਈ ਗੁਰਦਾਸ ਜੀ ਕਹਿੰਦੇ ਭਾਰੇ ਭੋਏ ਅਕਿਰਤਕਣ ਮੰਦੀ ਹੂੰ ਮੰਦੇ। ਸੋ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੜਾ ਬਚਨ ਕਲਗੀਧਰ ਪਾਤਸ਼ਾਹ ਨੇ ਬਚਪਨ ਵਿੱਚ ਆਖਿਆ ਸੀ ਨਾ, 5 ਸਾਲ ਦੀ ਉਮਰ 'ਚ, ਸਿਆਣੇ ਬੈਠੇ ਹੋ ਸੰਗਤ ਵਿੱਚ, ਕਲਗੀਧਰ ਪਾਤਸ਼ਾਹ ਗੰਗਾ ਦੇ ਕਿਨਾਰੇ ਖੇਡਦਿਆਂ ਬੜੇ ਕੀਮਤੀ ਕੰਗਣ ਮਾਤਾ ਜੀ ਨੇ ਹੱਥ 'ਚ ਪਾਏ ਸੀ ਸੱਚੇ ਪਾਤਸ਼ਾਹ ਦੇ। ਇੱਕ ਕੰਗਣ ਗੰਗਾ ਦੇ ਵਿੱਚ ਗਿਰ ਗਿਆ ਖੇਡਦਿਆਂ। ਜਦੋਂ ਖੇਡ ਕੇ ਘਰ ਆਏ, ਮਾਤਾ ਨੇ ਪੁੱਛਿਆ, ਲਾਲ ਕੰਗਣ ਕਿੱਥੇ ਸਿੱਟ ਆਇਆ? ਗੰਗਾ ਦੇ ਕਿਨਾਰੇ ਲੈ ਗਏ ਤੇ ਪੁੱਛਿਆ, ਲਾਲ ਕਿੱਥੇ ਸਿੱਟਿਆ ਸੀ ਕੰਗਣ? ਦੂਜੇ ਹੱਥ 'ਚੋਂ ਕੱਢ ਕੇ ਸਿੱਟ ਕੇ ਆਖਿਆ, ਮਾਂ ਪਹਿਲਾਂ ਵੀ ਇੱਥੇ ਸਿੱਟਿਆ ਸੀ। ਦੂਜਾ ਵੀ ਕੰਗਣ ਗੰਗਾ ਸਿੱਟ ਦਿੱਤਾ। ਤੇ ਮਾਤਾ ਜੀ ਕਹਿੰਦੇ, ਤੂੰ ਮੇਰਾ ਘਰ ਉਜਾੜ ਕੇ ਛੱਡੇਂਗਾ। ਮੈਂ ਬੜੇ ਕੀਮਤੀ ਕੰਗਣ ਤੇਰੇ ਹੱਥਾਂ 'ਚ ਪਾਏ ਸੀ, ਪਰ ਤੂੰ ਦੋਵੇਂ ਗੰਗਾ ਸਿੱਟ ਦਿੱਤੇ, ਤੂੰ ਮੇਰਾ ਘਰ ਉਜਾੜ ਕੇ ਛੱਡੇਂਗਾ। 5 ਸਾਲ ਦੀ ਉਮਰ 'ਚ ਕਲਗੀਧਰ ਪਾਤਸ਼ਾਹ ਕਹਿੰਦੇ, ਮਾਂ ਜਿੱਦਣ ਤੇਰਾ ਘਰ ਉਜੜੇਗਾ, ਉਦਣ ਭਾਰਤ ਦੇਸ਼ ਦੇ ਘਰ ਵਸਣਗੇ। ਇਸ ਦੇਸ਼ ਦੇ ਉਜੜੇ ਘਰਾਂ ਨੂੰ ਵਸਾਉਣ ਵਾਸਤੇ ਤੇਰੇ ਘਰ ਨੂੰ ਉਜੜਨਾ ਪਵੇਗਾ। ਕੌਣ ਹੈ ਜਿਹਨੇ ਆਪਣਾ ਘਰ ਉਜਾੜ ਕੇ ਕਿਸੇ ਦੇ ਘਰ ਵਸਾਏ ਹੋਣ? ਅੱਜ ਭਾਰਤ ਦੇ ਲੋਕ ਕਲਗੀਧਰ ਪਾਤਸ਼ਾਹ ਨੂੰ ਹੋਰ ਕੁਛ ਲਿਖਦੇ ਨੇ ਕਿਤਾਬਾਂ 'ਚ। ਇਹ ਉਜੜਿਆਂ ਦਾ ਦੇਸ਼ ਸੀ। ਤੁਸੀਂ ਕਹੋਗੇ ਕੋਈ ਇੱਥੇ ਉਜੜੇ ਹੋਏ ਸਨ ਕਿ ਜਿਨ੍ਹਾਂ ਨੂੰ ਵਸਾਉਣ ਵਾਸਤੇ 10ਵੇਂ ਪਾਤਸ਼ਾਹ ਨੂੰ ਆਪਣਾ ਘਰ ਉਜਾੜਨਾ ਪਿਆ? ਇੱਥੇ ਵਸਦਾ ਹੀ ਕੌਣ ਸੀ ਸਾਧ ਸੰਗਤ ਜੀ? ਇਹ ਤਾਂ ਧਰਤੀ ਉਜੜਿਆਂ ਦੀ ਸੀ। ਜਿਹੜਾ ਆਇਆ ਇਹਨੂੰ ਲੁੱਟ ਕੇ ਚਲਾ ਗਿਆ, ਕੁੱਟ ਕੇ ਚਲਾ ਗਿਆ। 17 ਵਾਰੀ ਇੱਕ ਲੱਤ ਤੋਂ ਲੰਗੜਾ ਆਦਮੀ ਅਬਦਾਲੀ 17 ਵਾਰੀ ਲੁੱਟ ਕੇ ਲੈ ਗਿਆ ਇਸ ਦੇਸ਼ ਨੂੰ। ਕੱਲਾ ਧਨ ਹੀ ਲੁੱਟ ਕੇ ਲੱਗਿਆ, ਗੱਡੇ ਭਰ ਭਰ ਕੇ ਰੱਥਾਂ, ਸੋਨੇ ਦੇ, ਚਾਂਦੀ ਦੇ, ਹੀਰੇ ਮੋਤੀਆਂ ਦੇ ਨਹੀਂ ਲੈ ਗਿਆ ਇਕੱਲੇ। 30-30 ਹਜ਼ਾਰ ਹਿੰਦੁਸਤਾਨ ਦੀ ਲੜਕੀ ਵੀ ਇਕੱਠੀ ਕਰਕੇ ਲੈ ਗਿਆ। ਤੇ ਉਜੜੇ ਨਹੀਂ ਸੀ ਤਾਂ ਹੋਰ ਕੌਣ ਸੀ? ਵਸਦਾ ਕੌਣ ਸੀ ਇੱਥੇ? 3 ਵਾਰੀ ਲੜਕੀਆਂ ਖਾਲਸੇ ਨੇ ਛਡਾਈਆਂ। ਇੱਕ ਵਾਰੀ 17,000, ਇੱਕ ਵਾਰੀ 23,000 ਤੇ ਇੱਕ ਵਾਰੀ 30,000। ਇਹ ਲੋਕਾਂ ਨੇ, ਇਸ ਦੇਸ਼ ਦੇ ਲੋਕਾਂ ਨੇ ਗੱਲਾਂ ਹੀ ਬਣਾ ਲਈਆਂ ਸੀ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਖਾ ਪੀ ਲਓ, ਜਿਹੜਾ ਖਾਣਾ ਉਹਨੇ ਆਉਣਾ, ਲੁੱਟ ਕੇ ਲੈ ਜਾਣਾ। ਤੇ ਧੀਆਂ ਨੂੰ ਇਸ ਤਰ੍ਹਾਂ ਅੱਗੇ ਲਾਉਂਦੇ ਸੀ ਜਿਵੇਂ ਕਿਸੇ ਗਊ ਦਾ ਰੱਸਾ ਖੋਲ੍ਹ ਕੇ ਕਿਸੇ ਦੇ ਅੱਗੇ ਲਾ ਦਈਦਾ ਹੁੰਦਾ, ਸਾਨੂੰ ਕੁਝ ਨਾ ਕਹੋ, ਧੀਆਂ ਲਿਜਾਣੀਆਂ ਲੈ ਜਾਓ। ਇੱਥੇ ਜਿਉਂਦਾ ਵਸਦਾ ਕੌਣ ਸੀ? ਤਾਂ ਧਰਤੀ ਉਜੜਿਆਂ ਦੀ ਸੀ ਸਾਧ ਸੰਗਤ ਜੀ। ਇਹ ਫਿਰ ਜਦੋਂ ਖਾਲਸਾ ਸਾਜਿਆ, 30,000 ਲੜਕੀ ਇਕੱਠੀ ਕਰਕੇ ਇਸ ਦੇਸ਼ ਦੀ ਲਈ ਜਾਂਦਾ ਸੀ। ਤੇ ਕਰਦੇ ਕੀ ਸੀ ਉਹਨਾਂ ਦਾ? ਉੱਥੇ ਗਜਨੀ ਦੇ ਬਾਜ਼ਾਰ ਲੱਗਦੇ ਸੀ, ਗਜਨੀ ਦੇ ਜੋ ਬਾਜ਼ਾਰਾਂ 'ਚ ਮੰਡੀ ਲੱਗਦੀ ਸੀ, ਤੇ ਟਕੇ ਟਕੇ ਦੇ ਭਾਅ ਇਸ ਦੇਸ਼ ਦੀ ਲੜਕੀ ਵਿਕਦੀ ਸੀ ਉੱਥੇ। ਟਕਾ 2 ਪੈਸਿਆਂ ਦਾ ਹੁੰਦਾ ਹੈ। ਆ ਜਿਹੜੀਆਂ ਸਾਡੀਆਂ ਬੀਬੀਆਂ ਗਹਿਣੇ ਪਾਉਂਦੀਆਂ ਨੱਕਾਂ ਕੰਨਾਂ 'ਚ, ਇਹ ਉਦੋਂ ਤੋਂ ਰਿਵਾਜ਼ ਚੱਲਿਆ ਹੈ। ਬਨੌਟੀ ਗਹਿਣੇ ਨੱਕਾਂ ਕੰਨਾਂ 'ਚ ਪਾ ਕੇ ਉਹਨੂੰ ਸ਼ਿੰਗਾਰ ਕੇ ਲੈ ਕੇ ਜਾਣਾ ਕਿ ਇਹਦੇ ਪੈਸੇ ਜ਼ਿਆਦਾ ਮਿਲਣਗੇ। ਜਿਹਨੂੰ ਪ੍ਰਮਾਤਮਾ ਨੇ ਸਰੂਪ ਦੇ ਕੇ ਭੇਜਿਆ, ਉਹਦੇ 'ਤੇ ਹੋਰ ਸ਼ਿੰਗਾਰ ਕਰਨ ਦੀ ਲੋੜ ਨਹੀਂ ਹੈ। ਜੇ ਸ਼ਿੰਗਾਰ ਕਰਨਾ ਹੈ ਤਾਂ ਸ਼ੁਭ ਗੁਣਾਂ ਦਾ ਕਰਨਾ ਹੈ। ਸਭ ਤੋਂ ਵੱਡਾ ਗਹਿਣਾ ਨਿਮਰਤਾ, ਧੀਰਜ, ਸ਼ਾਂਤੀ।
ਅੱਜ ਸਿੱਖਾਂ ਦੇ ਧੀਆਂ ਦੇ ਡਿਵੋਰਸ ਹੋ ਰਹੇ ਨੇ। ਕਿਉਂ? ਧੀਰਜ ਖਤਮ ਹੋ ਚੁੱਕੀ ਹੈ। ਕਿਸੇ ਵੱਡੇ ਦਾ, ਕਿਸੇ ਬਜ਼ੁਰਗ ਦਾ ਸਤਿਕਾਰ ਨਹੀਂ, ਕਿਸੇ ਦੇ ਆਖੇ ਨਹੀਂ ਲੱਗਣਾ। ਸੋ ਸਾਧ ਸੰਗਤ ਜੀ, ਸ਼ੁਭ ਗੁਣਾਂ ਨਾਲ ਸ਼ਿੰਗਾਰਨਾ ਤਾਂ ਦੋਹਾਂ ਜਹਾਨਾਂ 'ਚ ਉਹਦਾ ਸਤਿਕਾਰ ਹੋਵੇਗਾ। ਉਸ ਵੇਲੇ 30-30 ਹਜ਼ਾਰ ਲੜਕੀ ਇਸ ਦੇਸ਼ ਦੀ ਗਜਨੀ ਦੇ ਬਾਜ਼ਾਰਾਂ ਟਕੇ ਟਕੇ ਦੇ ਭਾਅ ਵਿਕਦੀ ਰਹੀ। ਇਹ ਅੱਜ ਡੀਂਗਾ ਮਾਰਦੇ ਫਿਰਦੇ ਆ। ਉਹਨਾਂ ਨੂੰ ਪੜ੍ਹੋ ਹਿਸਟਰੀ। 30 ਹਜ਼ਾਰ ਲੜਕੀ ਦਿੱਲੀ ਤੋਂ ਪਿੱਛਾ ਕੀਤਾ ਖਾਲਸੇ ਨੇ ਲਾਹੌਰ ਤੱਕ। ਗੱਡੇ ਭਰੇ ਸੋਨੇ ਚਾਂਦੇ ਹੀਰੇ ਮੋਤੀਆਂ ਦੇ ਖੋਹ ਲਏ ਅਬਦਾਲੀ ਤੋਂ, ਤੇ 30 ਹਜ਼ਾਰ ਲੜਕੀ ਛਡਾ ਕੇ ਆਪਣੀਆਂ ਪੱਗਾਂ ਪਾੜ ਪਾੜ ਕੇ ਅੱਧੀਆਂ ਉਹਨਾਂ ਧੀਆਂ ਦੇ ਸਿਰ ਤੇ ਦੇ ਕੇ ਘਰ ਇਸ ਤਰ੍ਹਾਂ ਛੱਡ ਕੇ ਆਏ ਜਿਵੇਂ ਭਰਾ ਆਪਣੀ ਭੈਣ ਨੂੰ ਛੱਡ ਕੇ ਆਉਂਦਾ, ਜਿਹਦੇ ਵਿੱਚ ਰਾਜਿਆਂ ਦੀਆਂ ਚੰਬੇਲੀ ਦੇ ਰਾਜੇ ਦੀ ਵੀ ਧੀ ਸੀ ਵਿੱਚ, ਰਾਜਿਆਂ ਦੀਆਂ ਧੀਆਂ ਵੀ ਸੀ ਵਿੱਚ। ਪਰ ਸਾਧ ਸੰਗਤ ਜੀ, ਐਡਾ ਉੱਚਾ ਗੁਰੂ ਨਾਨਕ ਦੇ ਘਰ ਦਾ ਇਤਿਹਾਸ ਹੈ ਖਾਲਸੇ ਦਾ, ਕਿ ਅੱਜ ਵੀ ਲੋਕ ਫਕਰ ਕਰਦੇ ਨੇ। ਕਹਿੰਦੇ ਸੀ ਜਦੋਂ ਲੁੱਟਣ ਆਉਂਦੇ ਸੀ, ਆ ਗਿਆ ਨਿਹੰਗ ਬੂਹਾ ਖੋਲ੍ਹਦੇ ਨਿਸੰਗ, ਉਹ ਗੁਰੂ ਦਾ ਸਿੰਘ ਆ ਗਿਆ ਦਰਵਾਜ਼ਾ ਖੋਲ੍ਹਦੇ, ਉਹਨੂੰ ਖਤਰਾ ਨਹੀਂ ਹੈ। ਇੱਕ ਦਿੱਲੀ ਗਰਲ ਕਾਲਜ ਦੇ ਵਿੱਚ ਲੜਕੀਆਂ ਨੂੰ ਪ੍ਰੋਫੈਸਰ ਪੜ੍ਹਾ ਰਿਹਾ ਸੀ, ਅਤੇ ਪ੍ਰੋਫੈਸਰ ਹਿੰਦੂ ਸੀ। ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਅਕਸਰ, ਅਤੇ ਉਹ ਪ੍ਰੋਫੈਸਰ ਕਹਿ ਰਿਹਾ ਸੀ ਤੁਹਾਨੂੰ ਆਪਣੀ ਸਵੈ ਰੱਖਿਆ ਵਾਸਤੇ ਜੁੱਡੋ ਸਿੱਖਣਾ ਚਾਹੀਦਾ ਹੈ, ਤੁਹਾਨੂੰ ਕਰਾਟੇ ਸਿੱਖਣੇ ਚਾਹੀਦੇ ਨੇ। ਇੱਕ ਲੜਕੀ ਉੱਠ ਕੇ ਕਹਿੰਦੀ, ਸਰ ਮੇਰਾ ਇੱਕ ਕੁਐਸਚਨ ਹੈ, ਚਲੋ ਅਸੀਂ ਸਿੱਖਾਂਗੇ, ਕਰਾਟੇ ਵੀ ਸਿੱਖਾਂਗੇ, ਜੁੱਡੋ ਵੀ, ਜੇ ਉਦੋਂ ਪਹਿਲਾਂ ਸਾਡੇ 'ਤੇ ਕੋਈ ਘਟਨਾ ਘਟ ਗਈ ਫਿਰ? ਉਹ ਹਿੰਦੂ ਪ੍ਰੋਫੈਸਰ ਕਹਿੰਦਾ, ਜਿੱਥੇ ਸਰਦਾਰ ਖੜ੍ਹਾ ਹੋਏ ਉੱਥੇ ਦੌੜ ਕੇ ਚਲੀ ਜਾਇਓ, ਤੁਹਾਡੀ ਇੱਜ਼ਤ ਵੱਲ ਦੇਖੇਗਾ ਨਹੀਂ ਕੋਈ। ਅੱਜ ਵੀ ਲੋਕਾਂ ਦੇ ਮਨਾਂ ਉੱਤੇ ਖਾਲਸੇ ਦਾ ਰਾਜ ਹੈ। ਸਾਧ ਸੰਗਤ ਜੀ, ਸਾਨੂੰ ਤਾਂ ਆਪਣਿਆਂ ਨੇ ਮਾਰਿਆ ਹੋਇਆ, ਗਦਾਰਾਂ ਨੇ। ਅੱਜ ਵੀ ਲੋਕੀ ਮਾਣ ਕਰਦੇ ਨੇ। ਆਹ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਹੋਇਆ, ਸਾਡਿਆਂ ਨੇ ਘੱਟ ਵਡਿਆਈ ਕੀਤੀ ਹੈ ਅਤੇ ਦੂਜਿਆਂ ਨੇ ਜ਼ਿਆਦਾ ਸੋਭਾ ਕੀਤੀ ਹੈ। ਵੀ ਧਰਤੀ ਉੱਤੇ ਸਿੱਖ ਜਾਂ ਸਰਦਾਰ ਨਾ ਕਹੋ, ਭਾਵੇਂ ਇਹਨਾਂ ਨੂੰ ਕੁਛ ਮਰਜ਼ੀ ਕਹਿੰਦੇ ਰਹੇ, ਕਹਿੰਦੇ ਫਰਿਸ਼ਤੇ ਧਰਤੀ 'ਤੇ ਉਤਰੇ ਹੋਏ ਨੇ, ਜਿਹੜੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੰਦੇ। ਆਪ ਭਾਵੇਂ ਭੁੱਖੇ ਰਹਿਣਾ, ਦੂਜਿਆਂ ਦਾ ਪੇਟ ਭਰ ਕੇ ਸੌਂਦੇ ਆ। ਸੋ ਸਾਧ ਸੰਗਤ ਜੀ, ਰਹੋ ਵਿਚਾਰ। ਮਾਤਾ ਜੀ ਦੇਖ ਰਹੇ ਨੇ, ਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੜਾ ਬਚਪਨ ਵਿੱਚ ਬਚਨ ਕੀਤਾ ਸੀ, ਮਾਤਾ ਤੇਰਾ ਘਰ ਉਜੜੇਗਾ ਤਾਂ ਫਿਰ ਇਸ ਦੇਸ਼ ਦੇ ਉਜੜੇ ਘਰ ਵਸਣਗੇ, ਉਹ ਦਿਨ ਆ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਨੇ 6 ਪੋਹ ਨੂੰ ਆਨੰਦਪੁਰੀ ਛੱਡੀ। ਪੋਹ ਦਾ ਮਹੀਨਾ, ਜਦੋਂ ਪੰਛੀ ਵੀ ਆਲ੍ਹਣਾ ਭਾਲਦੇ ਫਿਰਦੇ ਹੁੰਦੇ ਆ, ਕਿਤੇ ਆਸਰੇ 'ਚ ਰਹਿਣਾ ਚਾਹੁੰਦੇ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਉਜੜਿਆਂ ਨੂੰ ਵਸਾਉਣ ਵਾਸਤੇ ਕਹਿਰ ਦੀ ਸਰਦੀ ਪੋਹ ਦੇ ਮਹੀਨੇ ਆਨੰਦਪੁਰੀ ਛੱਡੀ। ਮਾਤਾ ਦੇਖ ਰਹੀ ਹੈ ਕਿ ਸਰਸਾ 'ਤੇ ਕਿਨਾਰੇ ਪਹੁੰਚ ਗਏ, 2 ਵੱਜ ਗਏ। ਇੱਥੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ, ਅੰਮ੍ਰਿਤ ਵੇਲੇ ਅਨੰਦਪੁਰ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਕਰਦਾ ਸੀ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ। ਸਾਧ ਸੰਗਤ ਜੀ, ਗੁਰੂ ਨੂੰ ਵੀ ਲੋੜ ਹੈ। ਗੁਰੂ ਤਾਂ ਪਰਮੇਸ਼ਰ ਦਾ ਰੂਪ ਹੈ, ਪਰਮੇਸ਼ਰ ਰੂਪ ਹੈ ਗੁਰੂ, ਉਹਨੂੰ ਵੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਨ ਦੀ ਲੋੜ ਹੈ। ਸਿੱਖਾਂ ਤੈਨੂੰ ਉਪਦੇਸ਼ ਦੇ ਰਹੇ ਨੇ, ਤੇਰੇ ਜੀਵਨ ਵਿੱਚ ਵਿਆਹ ਸ਼ਾਦੀਆਂ ਵੀ ਆਉਣਗੀਆਂ, ਖੁਸ਼ੀਆਂ ਵੀ ਆਉਣਗੀਆਂ, ਗਮੀਆਂ ਵੀ ਆਉਣਗੀਆਂ, ਘਾਟੇ ਵੀ ਆਉਣਗੇ, ਵਾਧੇ। ਕਿਤੇ ਆਪਣਾ ਨਿਤਨੇਮ ਨਾ ਛੱਡਦੀ, ਕਿਤੇ ਅੰਮ੍ਰਿਤ ਵੇਲੇ ਉੱਠੇ ਨਾ, ਰਾਤ ਨੂੰ ਜ਼ਿਆਦਾ ਨੱਚ ਲਵੇਂ ਵਿਆਹ 'ਚ, ਕਿਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਨਾ ਕਰੇ। ਸਮਾਂ ਕੈਸਾ ਹੈ, ਕਾਲੀਆਂ ਘਟਾਂ ਵਾਂਗ ਫੌਜ ਚੜ੍ਹ ਕੇ ਆ ਰਹੀ ਹੈ। ਮਹਾਰਾਜ ਕਹਿੰਦੇ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ। ਸਾਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ। ਇੱਥੇ ਸਰਸਾ ਦੇ ਕਿਨਾਰੇ ਆਸਾ ਦੀ ਵਾਰ ਦਾ ਕੀਰਤਨ, ਘਮਸਾਣ ਦਾ ਜੰਗ ਹੋਇਆ। ਇੱਥੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਜੰਗ ਕਰਕੇ, ਪਰ ਕੁਛ ਸਰਸਾ ਦੇ ਵਿੱਚੋਂ ਲੰਘਦਿਆਂ ਸਰਸਾ ਦੀ ਭੇਟਾ ਹੋ ਗਏ। ਸਾਧ ਸੰਗਤ ਜੀ, ਆਪਾਂ ਗੱਲਾਂ ਕਹਿ ਦਿੰਦੇ ਹਾਂ, ਸੁਣ ਵੀ ਲੈਂਦੇ ਹਾਂ, ਪਰ ਗੱਲ ਮਹਿਸੂਸ ਕਰਨੀ ਇੱਕ, ਕਿ ਪੋਹ ਦਾ ਮਹੀਨਾ ਬਰਫ਼ ਖੁਰ ਕੇ ਪਹਾੜਾਂ ਤੋਂ ਆ ਰਹੀ ਹੈ ਸਰਸਾ ਦੇ ਵਿੱਚ, ਅਤੇ ਜਦੋਂ ਲੰਘੇ ਸਿੰਘ ਬਸਤਰ ਤਾਂ ਭਿੱਜੇ ਹੋਣਗੇ ਜ਼ਰੂਰ। ਅੱਗੇ ਜਾ ਕੇ ਕਿਹੜਾ ਸਿੰਘਾਂ ਨੇ ਬਸਤਰ ਬਦਲ ਲੈਣੇ ਸੀ,
ਤੇ ਕਿਰਪਾਨਾਂ ਦੇ ਫੱਟ ਵੀ ਹੋਏ ਹੋਣਗੇ ਸਿੰਘਾਂ ਦੇ ਸਰੀਰ ਤੇ। ਕੈਸਾ ਸਮਾਂ ਹੋਣਾ ਹੈ, ਕਿੰਨੀਆਂ ਕੁ ਘਾਲਣਾ ਘਾਲ ਰਹੇ ਹੋਣਗੇ ਸਿੰਘ। ਅੱਜ ਬਹੁਤੇ ਇਸ਼ਨਾਨ ਕਰਨ ਤੋਂ ਡਰਦੇ ਅੰਮ੍ਰਿਤ ਨਹੀਂ ਛਕਦੇ। ਇਸ਼ਨਾਨ ਕਰਨਾ ਪੈਂਦਾ ਜੇ ਅੰਮ੍ਰਿਤ ਛਕ ਲਈਏ। ਕਿੱਥੇ ਕੁ ਆਪਣਾ ਮਨ ਹੈ ਜਿਹੜਾ ਇੰਨੀ ਨੀਵੇਂ ਤਲ ਤੇ ਚਲਾ ਗਿਆ, ਪਾਣੀ ਤੋਂ ਡਰ ਰਹੇ ਨੇ। ਇੱਥੇ ਮਹਾਰਾਜ ਦਾ ਸਾਰਾ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਨਾਲ ਸਰਸਾ ਤੋਂ ਪਾਰ ਹੋਏ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਇਹ ਭਾਈ ਮਨੀ ਸਿੰਘ ਜੀ ਨਾਲ ਇੱਥੋਂ ਸਰਸਾ ਤੋਂ ਦਿੱਲੀ ਨੂੰ ਚਲੇ ਗਏ। ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਸਰਸਾ ਦੇ ਕਿਨਾਰੇ ਤੋਂ ਵਿਛੜ ਗਏ। ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਉਹ ਜਗ੍ਹਾ ਤੇ ਗੁਰੂ ਘਰ ਬਣਿਆ ਪਰਿਵਾਰ ਵਿਛੋੜਾ ਸਾਹਿਬ। ਜਿਹੜੀ ਗੁਰੂ ਘਰ ਦੀ ਕਥਾ ਸੁਣੇਗੇ ਉਹਦਾ ਇਤਿਹਾਸਕ ਸਥਾਨ ਵੀ ਮਿਲੇਗਾ। ਇਹ ਕਥਾ ਕਿੱਥੋਂ ਦੀ, ਐਵੇਂ ਮਨੋਕਲਪਤ ਕਥਾ ਨਹੀਂ ਸੁਣਾ ਸਕਦਾ ਕੋਈ। ਹਾਂ, ਜਿਹੜਾ ਵਕਤ ਹੈ ਉਹਨੂੰ ਅਧਿਕਾਰ ਹੈ ਗੁਰੂ ਦੀ ਵਡਿਆਈ ਵਾਸਤੇ 4 ਸ਼ਬਦ ਆਪਣੇ ਕੋਲੋਂ ਵੱਧ ਵਰਤ ਸਕਦਾ ਹੈ, ਪਰ ਬਣਾ ਕੇ ਨਹੀਂ ਸੁਣਾ ਸਕਦਾ ਆਪਣੇ ਕੋਲੋਂ। ਸੋ ਸਾਧ ਸੰਗਤ ਜੀ, ਅੱਗੇ ਫਿਰ ਜਾ ਕੇ ਗੜੀ ਚਮਕੌਰ ਦੇ ਵਿੱਚ ਮਾਤਾ ਜੀਤੋ ਸਮਾਧੀ 'ਚ ਬੈਠੀ ਦੇਖ ਰਹੀ ਹੈ। ਜੰਗ ਹੋਇਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਦੇਖੇ ਮਾਂ ਨੇ ਸਮਾਧੀ 'ਚ ਬੈਠੇ। ਪੁੱਤਰ ਬਿਮਾਰ ਹੋਵੇ ਤੇ ਮਾਂ ਸੌਂ ਨਹੀਂ ਸਕਦੀ। ਬੁਖਾਰ ਬੱਚੇ ਨੂੰ ਚੜ੍ਹਿਆ ਤੇ ਮਾਂ ਨੂੰ ਨੀਂਦ ਨਹੀਂ ਆਏਗੀ। ਮਾਂ ਦੀ ਮਮਤਾ ਪੁੱਤਰ ਨਾਲ ਐਸੀ ਲਾਈ ਹੈ ਪਰਮਾਤਮਾ ਨੇ। ਪੁੱਤਰ ਦੇ ਮਰਨ ਤੋਂ ਪਹਿਲਾਂ ਮਾਂ ਮਰ ਜਾਂਦੀ ਹੈ। ਸਾਧ ਸੰਗਤ ਜੀ, ਪੁੱਤਾਂ ਬਾਝੋਂ ਦੇਖੀਆਂ ਕਦ ਜਿਉਂਦੀਆਂ ਮਾਵਾਂ। ਮਮਤਾ ਐਸੀ ਹੈ। ਪਰ ਸਾਧ ਸੰਗਤ ਜੀ, ਬੰਦਗੀ ਵਿੱਚ ਇੰਨੀ ਤਾਕਤ ਹੈ, ਸਿਮਰਨ ਵਿੱਚ ਇੰਨੀ ਸਮਰੱਥਾ ਹੈ ਕਿ ਮਾਂ ਸਮਾਧੀ 'ਚ ਬੈਠੀ ਦੇਖ ਰਹੀ ਤੇ ਪੁੱਤਰ ਸ਼ਹੀਦ ਹੋ ਕੇ ਬਾਬਾ ਅਜੀਤ ਸਿੰਘ 372 ਫੱਟ ਜਿਨ੍ਹਾਂ ਦੇ ਸਰੀਰ ਤੇ ਵੱਜਦੇ ਆ। ਸੂਰਮੇ ਦੁਨੀਆ 'ਚ ਬੜੇ ਹੋਏ ਨੇ, ਸਾਰੀਆਂ ਕੌਮਾਂ 'ਚ ਸੂਰਮੇ ਹੋਏ ਨੇ, ਪਰ ਸਾਧ ਸੰਗਤ ਜੀ ਇੱਕ ਦੁਨੀਆ 'ਚ ਸੂਰਮਾ ਹੋਇਆ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ 372 ਫੱਟ ਸ਼ਾਸਤਰਾਂ ਦੇ ਵੱਜਦੇ ਆ। ਬਰਸ਼ਿਆਂ ਦੇ, ਕਿਰਪਾਨਾਂ ਦੇ, ਤੀਰਾਂ ਦੇ, ਗੋਲੀਆਂ ਦੇ 372 ਫੱਟ ਖਾ ਕੇ ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ ਆ। ਬਾਬਾ ਜੁਝਾਰ ਸਿੰਘ, ਇਹ ਦੋਵੇਂ ਸਾਹਿਬਜ਼ਾਦੇ ਮਾਤਾ ਜੀਤੋ ਨੇ ਸ਼ਹੀਦ ਹੁੰਦੇ ਦੇਖੇ ਆ ਸਮਾਧੀ 'ਚ। ਪਰ ਸੁਰਤ ਉਸੇ ਤਰ੍ਹਾਂ ਟਿਕੀ, ਮੋਹ ਨੇੜੇ ਨਹੀਂ ਆਇਆ। ਦੀਵੇ ਦੇ ਕੋਲ ਹਨੇਰਾ ਨਹੀਂ ਆਉਂਦਾ। ਸਾਧ ਸੰਗਤ ਜੀ, ਬੰਦਗੀ ਵਿੱਚ ਇੰਨੀ ਸਮਰੱਥਾ ਹੈ। ਅਸੀਂ ਸਾਰਾ ਦਿਨ ਚੁਗਲੀਆਂ ਕਰ ਸਕਦੇ ਹਾਂ, ਬਹਿ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਇੰਨੀ ਤਾਕਤ ਹੈ ਸਿਮਰਨ ਵਿੱਚ, ਬਾਣੀ ਵਿੱਚ। ਫਿਰ ਮਾਤਾ ਨੂੰ, ਸਾਹਿਬਜ਼ਾਦਿਆਂ ਨੂੰ ਤੁਰਦੇ ਜਾਂਦੇ ਦੇਖਿਆ। ਸਰਦੀ ਦਾ ਮਹੀਨਾ, ਮਾਤਾ ਦਾਦੀ ਨਾਲ ਪੋਤੇ ਤੁਰੇ ਜਾ ਰਹੇ ਨੇ। ਇੱਕ ਕੁੰਮੇ ਮਾਸ਼ਕੀ ਦੀ ਛੱਪਰੀ 'ਚ ਰਾਤ ਕੱਟਦੇ ਨੇ। ਜਿਹੜੇ ਕਦੇ ਸ਼ਾਹੀ ਮਹੱਲਾਂ ਦੇ ਵਿੱਚ ਮਖਮਲੀ ਗਦੇਲਿਆਂ 'ਤੇ ਆਰਾਮ ਕਰਦੇ ਸੀ ਗੁਰੂ ਦੇ ਲਾਲ, ਤੇ ਖਾਲਸਾ ਅਰਦਲ ਵਿੱਚ ਪਹਿਰੇ 'ਤੇ ਖੜਿਆ ਹੁੰਦਾ ਸੀ। ਜਦੋਂ ਸਮਾਂ ਕਰਵਟ ਲੈਂਦਾ ਸਾਧ ਸੰਗਤ ਜੀ, ਅੱਜ ਉਹ ਕੁੰਮੇ ਮਾਸ਼ਕੀ ਕੱਖਾਂ ਦਾ ਆਸਣ ਸ਼ਾਇਦ ਤੇ ਪੁਰਾਣਾ ਜਿਹਾ ਉਹਦੇ ਕੋਲ ਜੋ ਬਿਸਤਰ ਸੀ ਉਹਨੇ ਦਿੱਤਾ ਹੈ। ਆਪ ਬਾਹਰ ਦਰਖਤ ਦੀ ਜੜ੍ਹ ਨਾਲ ਬੈਠਾ ਹੈ। ਕਣੀਆਂ ਪੈ ਰਹੀਆਂ ਨੇ ਤੇ ਹਵਾ ਚੱਲਣੀ, ਠੱਕਾ ਚੱਲ ਰਿਹਾ ਤੇ ਜਾਰ ਰੋ ਰਿਹਾ ਕੁੰਮਾ ਮਾਸ਼ਕੀ। ਤੇ ਮਾਤਾ ਤੇ ਸਾਹਿਬਜ਼ਾਦੇ ਉਹਦੀ ਕੁੱਲੀ ਵਿੱਚ ਆਰਾਮ ਕਰ ਰਹੇ ਨੇ। ਅਸੀਂ ਮਹਿਲਾਂ ਵਿੱਚ ਪੈ ਕੇ ਵੀ ਸਾਨੂੰ ਬਾਣੀ ਯਾਦ ਨਹੀਂ ਹੈ। ਅਸੀਂ ਕਿੱਡੇ ਧਰਤੀ 'ਤੇ ਭਾਰੀ ਹੋ ਗਏ ਹਾਂ ਕਿ ਅੱਜ ਸਾਡੇ ਕੋਲ ਸਮਾਂ ਹੀ ਨਹੀਂ ਹੈ, ਟਾਈਮ ਨਹੀਂ ਹੈ ਜੀ ਸਾਡੇ ਕੋਲ ਬਾਣੀ ਪੜ੍ਹਨ ਦਾ, ਜਾਂ ਸਾਡਾ ਗੁਰੂ ਵਾਲੇ ਬਣਨ ਵਾਸਤੇ ਮਨ ਹੀ ਨਹੀਂ ਬਣਿਆ। ਬਣਾਇਓ ਨਾ, ਪਰ ਧਰਤੀ ਤੁਹਾਨੂੰ ਭਾਰ ਸਮਝਦੀ ਹੈ। ਸਾਧ ਸੰਗਤ ਜੀ, ਫਿਰ ਸੂਬੇ ਗੰਗੂ ਬ੍ਰਾਹਮਣ ਦੇ ਘਰ ਲਾਲਚ ਵਸ ਹੋ ਕੇ ਮਾਇਆ ਦੇ ਇਹਨੇ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਇਆ। ਮਰਿੰਡੇ ਰਾਤ ਕੱਟੀ। ਜਿਹੜੀ ਕਤਵਾਲੀ 'ਚ ਰਾਤ ਕੱਟੀ ਸੀ ਉੱਥੇ ਵੀ ਅੱਜ ਨਿਸ਼ਾਨ ਸਾਹਿਬ ਝੂਲ ਰਿਹਾ। ਸਾਧ ਸੰਗਤ ਜੀ, ਤੇ ਹਨੇਰੇ ਕੋਠੜੀ ਦੇ ਵਿੱਚ ਬੰਦ ਕੀਤਾ ਸੀ, ਨਾ ਕੋਈ ਲਾਈਟ ਨਾ ਕੋਈ ਦੀਵਾ, ਤੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਸੀ। ਸਾਧ ਸੰਗਤ ਜੀ, ਇੱਕ ਰਾਤ ਕੱਟੀ ਸੀ ਕਤਵਾਲੀ 'ਚ। ਉੱਥੇ ਅੱਜ
ਬਹੁਤ ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਇੱਥੋਂ ਸਖਤ ਪਹਿਰੇ ਹੇਠ ਸਰਹੰਦ ਲਿਆਂਦਾ ਗਿਆ, ਠੰਡੇ ਬੁਰਜ ਵਿੱਚ ਗ੍ਰਿਫਤਾਰ ਕੀਤੇ, ਕੈਦ ਕੀਤੇ। ਪੋਹ ਦਾ ਮਹੀਨਾ, 7 ਸਾਲ ਦਾ ਇੱਕ 9 ਸਾਲ ਦਾ, ਇੱਕ ਬਜ਼ੁਰਗ ਮਾਂ, ਦੋਹਾਂ ਨੂੰ ਠੰਡ ਜ਼ਿਆਦਾ ਲੱਗਦੀ, ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ। ਪੋਹ ਦਾ ਮਹੀਨਾ, 4 ਸਪੇਰਿਓਂ ਹਵਾ, ਬਰਫ਼ ਵਰਗਾ ਉਹ ਜਿਹੜਾ ਫਰਸ਼ ਜਿਹਦੇ ਉੱਤੇ ਬੈਠੇ ਸੀ ਮਾਂ, ਆਪਣੀ ਆਂਦਰਾਂ ਦੀ ਨਿੱਘ ਦਿੰਦੀ ਰਹੀ ਦੋਹਾਂ ਸਾਹਿਬਜ਼ਾਦਿਆਂ ਨੂੰ। ਕਦੇ ਉਹਨੂੰ ਘੁੱਟ ਕੇ ਨਾਲ ਲਾਉਂਦੀ, ਕਦੇ 6ਵੇਂ 5ਵੇਂ ਪਾਤਸ਼ਾਹ ਦੀ ਸ਼ਹਾਦਤ, 6ਵੇਂ ਪਾਤਸ਼ਾਹ ਦੀ ਜੰਗ, 9ਵੇਂ ਪਾਤਸ਼ਾਹ ਦੀ ਸ਼ਹੀਦੀ। ਇਹ ਬਜ਼ੁਰਗਾਂ ਦਾ ਇਤਿਹਾਸ ਬੱਚਿਆਂ ਨੂੰ ਸੁਣਾਇਆ ਕਰੋ ਤੁਸੀਂ ਵੀ ਘਰੇ। ਟੋਪੀਆਂ ਪਾਉਣੀਆਂ ਜਾਂ ਮੂੰਹ ਸਿਰ ਮੁੰਨਣੇ ਨਾ ਸਿਖਾਇਆ ਕਰੋ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਸਾਨੂੰ ਸੰਤਰ ਰਹਿ ਕੇ ਸਿਰ ਉੱਚਾ ਕਰਕੇ ਜਿਉਣ ਦੀ ਜਾਚ ਦੱਸੀ ਹੈ ਮਹਾਰਾਜ ਨੇ। ਸਵਾਲ ਸਾਧ ਸੰਗਤ ਜੀ, ਬੜੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ, ਕੱਲਾ ਨੀਹਾਂ 'ਚ ਹੀ ਨਹੀਂ ਚਿਣਿਆ। 3 ਦਿਨ ਕੁਛ ਨਹੀਂ ਛਕਣ ਵਾਸਤੇ ਦਿੱਤਾ, ਨਾ ਮਾਤਾ ਨੂੰ ਨਾ ਸਾਹਿਬਜ਼ਾਦਿਆਂ ਨੂੰ। ਇੱਕ ਧਰਮੀ ਪੁਰਸ਼ ਭਾਈ ਮੋਤੀ ਮਹਿਰਾ, ਜਿਹੜਾ ਉੱਥੇ ਬੁਰਜ ਦੇ ਕਿਲ੍ਹੇ ਦੇ ਵਿੱਚ ਅਹਿਲਕਾਰ ਸੀ, ਡਿਊਟੀ ਕਰਦਾ ਸੀ। ਜਿਹੜੇ ਹਿੰਦੂ ਜਾਂ ਸਿੱਖ ਫੜੇ ਜਾਂਦੇ ਸੀ ਉਹਨਾਂ ਨੂੰ ਜਲ ਪਾਣੀ ਜੇਲ੍ਹ ਦੇ ਵਿੱਚ ਸਿਖਾਉਂਦਾ ਹੁੰਦਾ ਸੀ। ਉਹਨੂੰ ਸੇਵਾ ਮਿਲ ਗਈ। ਪਹਿਰੇਦਾਰ ਨੇ ਰੋਕ ਲਿਆ, ਮੋਤੀ ਨਹੀਂ ਜਾ ਸਕਦਾ। ਆਪਣੀ ਘਰਵਾਲੀ ਦੇ ਸਾਰੇ ਗਹਿਣੇ ਦੇ ਕੇ ਫਿਰ ਦੁੱਧ ਛਕਾਇਆ ਮਾਤਾ ਤੇ ਸਾਹਿਬਜ਼ਾਦੇ ਨੂੰ। ਸਾਧ ਸੰਗਤ ਜੀ, ਖੂਹ ਦੇ ਵਿੱਚ ਲਮਕਾਇਆ। ਜਲਾਦਾਂ ਨੇ ਪੈਰਾਂ 'ਤੇ ਫੜ ਕੇ ਸਾਹਿਬਜ਼ਾਦਿਆਂ ਨੂੰ। ਜਿੱਥੇ ਡਿਊਟੀ ਹੈ ਨਾ ਫਤਿਹਗੜ੍ਹ ਸਾਹਿਬ ਦੀ, ਇਹਦੇ ਅੱਗੇ ਖੂਹ ਪੂਰ ਦਿੱਤਾ ਸਾਡੇ ਸਿਆਣੇ ਬੰਦਿਆਂ ਨੇ। ਬਹੁਤ ਕੁਛ ਮੇਟਿਆ ਜਾ ਰਿਹਾ, ਪਰ ਸੰਗਤ ਦੇ ਰੌਲਾ ਪਾਉਣ 'ਤੇ ਉਹਨੂੰ ਖੂਹ ਕੱਢਿਆ ਜਾਏਗਾ। ਫਿਰ ਸਰੀਰ 'ਤੇ ਕੋਰੜੇ ਮਾਰ ਮਾਰ ਕੇ ਉਹਨਾਂ ਦੇ ਸਰੀਰ ਨੀਲੇ ਕੀਤੇ ਗਏ। ਪਿੱਪਲ ਦੇ ਨਾਲ ਬੰਨ੍ਹ ਕੇ ਉਹਨਾਂ ਦੇ ਸਰੀਰ 'ਤੇ ਗਲੇਲੇ ਮਾਰੇ ਗਏ। ਮਾਸੂਮ ਸੀ ਲਾਲ ਸਾਧ ਸੰਗਤ ਜੀ, 7 ਸਾਲ ਦਾ ਬੱਚਾ, 9 ਸਾਲ, ਕੋਮਲ ਸਰੀਰ 'ਤੇ ਗਲੇਲੇ ਮਾਰਦੇ ਨੇ। ਇੱਕ ਅੱਖ 'ਚ ਲੱਗਿਆ ਗਲੇਲਾ ਬਾਬਾ ਫਤਿਹ ਸਿੰਘ ਦੇ, ਅੱਖ 'ਚੋਂ ਖੂਨ ਵਗਦਾ ਹੈ। ਤੇ ਇੱਕ ਅਹਿਲਕਾਰ ਕਹਿੰਦਾ ਬਸ ਕਰੋ, ਹੋਰ ਕੀ ਕਰੋਗੇ ਇਹਨਾਂ ਨਾਲ। ਨਹੀਂ ਮੰਨਣਗੇ। ਫੌਲਾਦ ਕਦੇ ਖੁੰਡਾ ਨਹੀਂ ਹੁੰਦਾ, ਟੁੱਟ ਜਾਂਦਾ ਹੁੰਦਾ। ਇਹ ਕਲਗੀਧਰ ਪਾਤਸ਼ਾਹ ਦੇ ਲਾਲ ਨੇ, ਨਹੀਂ ਮੰਨਣਗੇ। ਹੱਥ ਖੋਲ੍ਹ ਦਿੱਤੇ ਗਏ ਤੇ ਬਾਬਾ ਫਤਿਹ ਸਿੰਘ ਖੱਬੇ ਹੱਥ ਨਾਲ ਅੱਖ ਮਲ ਰਹੇ ਨੇ, ਖੂਨ ਵਗ ਰਿਹਾ। ਤੇ ਫਿਰ ਕਾਜੀ ਕਹਿੰਦਾ ਈਨ ਕਬੂਲ ਹੈ। ਸਿਰ ਹਿਲਾ ਦਿੱਤਾ, ਨਹੀਂ, ਇਹ ਸਿਰ ਕੱਟੇ ਜਾਣਗੇ ਪਰ ਝੁਕਣਗੇ ਨਹੀਂ ਕਿਸੇ ਦੇ ਅੱਗੇ। ਫਿਰ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣ ਕੇ ਸ਼ਹੀਦ ਕੀਤਾ ਗਿਆ। ਇਹ ਮਾਤਾ ਜੀਤੋ ਦੇਖ ਰਹੀ ਹੈ ਸਮਾਧੀ 'ਚ ਬਹਿ ਕੇ। ਚਾਰੇ ਲਾਲ ਸ਼ਹੀਦ ਹੁੰਦੇ ਦੇਖ ਲਏ ਮਾਂ ਨੇ, ਪਰ ਸੁਰਤ ਵਿੱਚ ਕੋਈ ਫਰਕ ਨਹੀਂ ਆਇਆ। ਬੰਦਗੀ ਵਿੱਚ ਏਡੀ ਵੱਡੀ ਤਾਕਤ ਹੈ ਕਿ ਘਾਟੇ ਤੇ ਵਾਧੇ ਆਉਣਗੇ ਜੀਵਨ, ਪਰ ਉਹ ਆਨੰਦ ਉਸੇ ਤਰ੍ਹਾਂ ਬਣਿਆ ਰਹੇਗਾ। ਕਲਗੀਧਰ ਪਾਤਸ਼ਾਹ ਜਦੋਂ ਗੜੀ ਚਮਕੌਰ ਛੱਡ ਕੇ ਤੁਰੇ, ਜੋੜਾ ਗੜੀ ਚਮਕੌਰ 'ਚ ਲਾਤਾ। ਹੱਥ 'ਤੇ ਬਾਜ ਨਹੀਂ, ਤਾਜ ਨਹੀਂ ਹੈ, ਕਲਗੀ ਨਹੀਂ ਸੀਸ ਦੇ ਉੱਤੇ, ਨੀਲਾ ਘੋੜਾ ਨਹੀਂ, ਚਰਨਾਂ 'ਚ ਜੋੜਾ ਨਹੀਂ, ਸ਼ਾਹੀ ਪੋਸ਼ਾਕ ਨਹੀਂ। ਅੱਜ ਝਾੜੀਆਂ ਨਾਲ ਅੜ ਅੜ ਕੇ ਲੀਰਾਂ ਲਮਕ ਰਹੀਆਂ ਨੇ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਉਹਨਾਂ ਵਰਗਾ ਦੁਨੀਆ 'ਤੇ ਕੋਈ ਨਹੀਂ। ਉਹਨਾਂ ਦੇ ਦਰਬਾਰ 'ਚ ਕੋਈ ਕਵੀ ਕਵਿਤਾ ਪੜ੍ਹ ਦੇਵੇ, 1.25 ਲੱਖ ਮੋਹਰ ਉਹਨੂੰ ਇਨਾਮ ਦੇ ਦਿੰਦੇ ਮਹਾਰਾਜ। 1.25 ਲੱਖ ਸੋਨੇ ਦੀ ਮੋਹਰ ਉਹਨੂੰ ਦੇ ਦਿੰਦੇ ਇਨਾਮ। ਬਾਦਸ਼ਾਹ ਉਹਨਾਂ ਵਰਗਾ ਦੁਨੀਆ 'ਤੇ ਕੋਈ ਨਹੀਂ। ਤੇ ਦਰਵੇਸ਼ ਨੰਗੇ ਚਰਨ, ਪਾਟੇ ਬਸਤਰ, ਨਾ ਕਲਗੀ, ਨਾ ਬਾਜ, ਨਾ ਤਾਜ, ਨਾ ਘੋੜਾ, ਤੁਰੇ ਜਾਂਦੇ ਨੇ ਪੋਹ ਦੀ ਬਰਫ਼ ਵਰਗੀ ਧਰਤੀ, ਨੰਗੇ ਚਰਨ। ਜਿਹੜੇ ਮਖਮਲੀ ਜੋੜੇ ਪਾਇਆ ਕਰਦੇ ਸੀ ਸੱਚੇ ਪਾਤਸ਼ਾਹ, ਜਿੱਥੇ ਚਰਨ ਧਰਦੇ ਸੰਗਤ ਥੱਲੇ ਹੱਥ ਧਰਦੀ ਹੁੰਦੀ ਸੀ। ਗੁਰਮੁਖੋ ਜਿਹੜਾ ਆਪਾਂ ਸੁੱਖ ਭੋਗ ਰਹੇ ਉਹਨਾਂ ਦੇ ਦਿੱਤੇ ਹੋਏ ਨੇ, ਪਰ ਆਪਾਂ ਭੁੱਲੇ ਹੋਏ ਹਾਂ ਉਹਨਾਂ ਨੂੰ। ਜਦ ਮਾਤਾ ਜੀਤੋ ਨੇ ਦੇਖਿਆ ਕਲਗੀਧਰ ਪਾਤਸ਼ਾਹ ਨੂੰ ਤੁਰੇ ਜਾਂਦਿਆਂ, ਸੁਰਤ ਉਤਰ ਗਈ ਉਹਨਾਂ ਦੀ। ਜਿਸ ਪਿਆਰੇ ਸੋਨੇ ਹੋ ਤਿਸ ਅੱਗੇ ਮਰ ਚੱਲੀਏ। ਪ੍ਰੀਤ ਵੀ ਇੰਨੀ ਹੈ,
ਕੱਲਾ ਇਹ ਨਹੀਂ ਸੰਜੋਗ ਹੋਇਆ ਉਹਨਾਂ ਦੇ ਨਾਲ। ਸੋ ਸਾਧ ਸੰਗਤ ਜੀ, ਦਿਨ ਚੜ੍ਹਿਆ, ਜਦੋਂ ਕਲਗੀਧਰ ਪਾਤਸ਼ਾਹ ਦਰਬਾਰ 'ਚ ਜਾਂਦੇ ਸੀ ਤੇ ਮਾਤਾ ਜੀਤੋ ਜੀ ਫੁੱਲਾਂ ਦਾ ਹਾਰ ਉਹਨਾਂ ਦੇ ਗਲ 'ਚ ਪਾਇਆ ਕਰਦੇ ਸੀ। ਤੇ ਹੱਥ 'ਚ ਹਾਰ ਫੜਿਆ ਮਾਤਾ ਜੀਤੋ ਜੀ ਦੇ, ਜਦੋਂ ਪਾਉਣ ਲੱਗੇ ਉਹਨਾਂ ਦੇ ਗਲ 'ਚ, ਕਲਗੀਧਰ ਪਾਤਸ਼ਾਹ ਕਹਿੰਦੇ, ਜੀਤੋ ਰਾਣੀ, ਅੱਜ ਤੇਰੇ ਚਿਹਰੇ ਤੇ ਉਦਾਸੀ ਹੈ, ਤੁਹਾਡੀ ਤਾਂ ਅਵਸਥਾ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਉੱਥੇ ਤਾਂ ਸੋਗ ਹੈ ਹੀ ਨਹੀਂ ਜਿੱਥੇ ਤੁਹਾਡੀ ਅਵਸਥਾ ਹੈ। ਕੀ ਗੱਲ ਅੱਜ ਉਦਾਸੀ ਹੈ ਤੁਹਾਡੇ ਚਿਹਰੇ ਤੇ? ਸੱਚੇ ਪਾਤਸ਼ਾਹ, ਇਹ ਮੇਰਾ ਖਿਆਲ ਹੈ ਜਾਂ ਸੁਪਨਾ ਹੈ? ਅੱਜ ਮੈਂ ਸਮਾਧੀ 'ਚ ਬੈਠਿਆਂ ਦੇਖਿਆ, ਆਨੰਦਪੁਰੀ ਨੂੰ ਘੇਰਾ ਪੈਣਾ, ਆਨੰਦਪੁਰੀ ਛੱਡਣੀ, ਪਰਿਵਾਰ ਵਿਛੜ ਜਾਣਾ, ਗੁਰੂ ਕੇ ਵੱਡੇ ਸਾਹਿਬਜ਼ਾਦੇ ਜੰਗ ਸ਼ਹੀਦ ਹੋ ਜਾਣੇ, ਛੋਟਿਆਂ ਨੂੰ ਨੀਹਾਂ ਚਿਣ ਕੇ ਸ਼ਹੀਦ, ਇਹ ਸਾਰਾ ਕੁਛ ਮੈਂ ਦੇਖਿਆ ਸਮਾਧੀ 'ਚ। ਸੱਚੇ ਪਾਤਸ਼ਾਹ, ਪਰ ਸਭ ਕੁਛ ਬਰਦਾਸ਼ਤ ਹੋ ਜਾਏਗਾ, ਆਨੰਦਪੁਰੀ ਛੱਡਣੀ ਬਰਦਾਸ਼ਤ ਹੋ ਜਾਏਗੀ, ਪਰਿਵਾਰ ਵਿਛੜਨਾ ਬਰਦਾਸ਼ਤ ਹੋ ਜਾਏਗਾ, ਪਰ ਜਿਹੜੀ ਹਾਲਤ ਅਸੀਂ ਤੁਹਾਡੀ ਦੇਖੀਏ, ਨੰਗੇ ਚਰਨ, ਕੰਡੇ ਵੱਜ ਵੱਜ ਕੇ ਜ਼ਖਮ ਹੋਏ ਚਰਨਾਂ ਵਿੱਚ, ਜਾਮਾ ਲੀਰੋ ਲੀਰ ਸੀ, ਇਹ ਅਸੀਂ ਹਾਲਤ ਆਪ ਜੀ ਦੇਖ ਨਹੀਂ ਸਕਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੋਣਾ ਹੈ, ਸਭ ਕੁਛ ਹੋਏਗਾ। ਤੇ ਜੇ ਨਹੀਂ ਬਰਦਾਸ਼ਤ ਕਰ ਸਕਦੇ, ਫਿਰ ਆਪ ਸੱਚਖੰਡ ਚਲੇ ਜਾਓ, ਆਗਿਆ ਦੇ ਦਿਓ ਮਹਾਰਾਜ। ਤੁਸੀਂ ਆਗਿਆ ਦੇ ਮੁਤਾਜ ਨਹੀਂ, ਤੁਹਾਡੀ ਉਹ ਅਵਸਥਾ ਹੈ, ਗੁਰਮੁਖ ਆਵੈ ਜਾਏ ਨਿਸੰਗ। ਤੁਸੀਂ ਆਪਣੀ ਮੌਜ ਨਾਲ, ਇਹ ਜੰਮਣ ਤੇ ਮਰਨ ਦਾ ਕਾਨੂੰਨ ਦੁਨੀਆ ਉੱਤੇ ਲਾਗੂ ਹੈ, ਰੱਬ ਦੇ ਪਿਆਰਿਆਂ ਉੱਤੇ ਲਾਗੂ ਨਹੀਂ ਹੈ। ਸਾਧ ਸੰਗਤ ਜੀ, 2 ਸਾਲ ਦੇ ਸੀ ਬਾਬਾ ਫਤਿਹ ਸਿੰਘ ਜਿੱਦਣ ਕਲਗੀਧਰ ਪਾਤਸ਼ਾਹ ਨਾਲ ਬਚਨ ਹੋਏ। ਬਾਬਾ ਫਤਿਹ ਸਿੰਘ 2 ਸਾਲ ਦੇ ਸੀ। ਕੁੱਛੜ ਚੁੱਕੇ ਹੋਏ ਨੇ ਬਾਬਾ ਫਤਿਹ ਸਿੰਘ, ਮਾਤਾ ਜੀਤੋ ਜੀ ਨੇ। ਮਾਤਾ ਗੁਜਰ ਕੌਰ ਦੀ, ਮਾਤਾ ਗੁਜਰੀ ਜੀ ਦੀ ਝੋਲੀ 'ਚ ਲਿਆ ਕੇ ਪਾਤੇ ਬਾਬਾ ਫਤਿਹ ਸਿੰਘ। ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਾਂ, ਮੈਂ ਤੇਰੀ ਸੇਵਾ ਕਰਨੀ ਸੀ, ਪਰ ਮੈਂ ਤੈਨੂੰ ਸੇਵਾ ਸੌਂਪਣ ਆਈ ਹਾਂ। ਅੱਜ ਤੋਂ ਬਾਬਾ ਫਤਿਹ ਸਿੰਘ ਜੀ ਦੀ ਸੰਭਾਲ ਤੁਸੀਂ ਕਰਨੀ ਹੈ। ਸਾਨੂੰ ਕਲਗੀਧਰ ਪਾਤਸ਼ਾਹ ਵੱਲੋਂ ਆਗਿਆ ਮਿਲ ਗਈ, ਹੁਕਮ ਹੋ ਗਿਆ, ਸਾਡੇ ਸੱਚਖੰਡ ਜਾਣ ਦੇ ਤਿਆਰੇ ਨੇ। ਤੇ ਮਾਤਾ ਗੁਜਰ ਕੌਰ ਕਹਿਣ ਲੱਗੀ, ਜੀਤੋ ਰਾਣੀਏ, ਪੁੱਤਰ ਤਾਂ ਮਾਂ ਦੀ ਗੋਦ ਵਿੱਚ ਹੀ ਖੇਡਦੇ ਸੋਹਣੇ ਲੱਗਦੇ ਨੇ, ਕਿਸੇ ਦਾਦੀ ਨੂੰ ਮਾਂ ਮਿੱਟਰ ਪੋਤਰਾ ਨਾ ਪਾਲਣਾ ਪਵੇ। ਜਿਹੜੀ ਮਾਂ ਦਾਦੀ ਨੇ ਪਾਲਿਆ ਹੋਵੇਗਾ ਪੋਤਰਾ, ਉਸ ਦਾਦੀ ਨੂੰ ਪਤਾ ਹੋਵੇਗਾ ਵੀ ਉਸ ਦੁੱਖ ਦਾ। ਪਰ ਅਸੀਂ ਤੈਨੂੰ ਕਹਿ ਨਹੀਂ ਸਕਦੇ, ਤੈਨੂੰ ਹੁਕਮ ਹੋ ਗਿਆ। ਜਾ ਕੇ ਕੁਸਾ ਦਾ ਆਸਣ ਵਿਛਾਇਆ, ਕੱਖਾਂ ਦਾ, ਸੁੱਕੇ ਕੱਖਾਂ ਦਾ, ਉੱਤੇ ਚਾਦਰ ਲਈ। ਮਾਤਾ ਜੀਤੋ ਜੀ ਸਰੀਰ ਇਸ ਤਰ੍ਹਾਂ ਤਿਆਗ ਗਏ ਜਿਵੇਂ ਸੱਪ ਕੰਜ ਛੱਡ ਕੇ ਤੁਰ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹਰ ਇੱਕ ਸਾਲ ਸਮਾਗਮ ਰੱਖਿਆ ਜਾਂਦਾ ਹੈ। ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲਾਖ ਹਜ਼ਾਰ। ਸਭ ਕੁਛ ਵਾਰਿਆ। ਸਾਡਾ ਫਰਜ਼ ਬਣਦਾ ਹੈ ਜਿੱਥੇ ਉਹਨਾਂ ਦੀਆਂ ਯਾਦਾਂ ਮਨਾਈਏ, ਪਰ ਦੁੱਖ ਨਾਲ ਕਹਿਣਾ ਪੈਂਦਾ, ਹਰ ਕੱਡੇ 'ਤੇ ਲੰਗਰ ਲੱਗਣਾ ਹੈ, ਪਕੌੜੇ ਮਠਿਆਈਆਂ ਵਰਤਣੀਆਂ, ਪਰ ਜਿਹੜੀ ਗੱਲ ਦੱਸਣੀ ਸੀ ਲੋਕਾਂ ਨੂੰ ਉਹ ਨਹੀਂ ਦੱਸੀ। ਸਿਰਫ ਲੋਕਾਂ ਨੂੰ ਅਸੀਂ ਲੰਗਰ ਹੀ ਛਕਾ ਦਿੱਤਾ। ਦੱਸਣਾ ਤਾਂ ਇਹ ਸੀ, ਅਸੀਂ ਉਸ ਕੌਮ ਦੇ ਬੰਦੇ ਹਾਂ ਜਿਹੜੀ ਕੌਮ ਦੇ 7 ਸਾਲ ਤੇ 9 ਸਾਲ ਦੇ ਬੱਚੇ ਨੀਹਾਂ 'ਚ ਚਿਣੇ ਜਾਂਦੇ ਆ, ਪਰ ਸਿੱਖੀ ਨਹੀਂ ਛੱਡਦੇ। ਪਰ ਅਫਸੋਸ ਆ, ਜਿਹੜਾ ਰੁਮਾਲ ਬੰਨ੍ਹ ਕੇ ਸਿਰ 'ਤੇ, ਮੂੰਹ ਸਿਰ ਬਣਾ ਕੇ ਉੱਥੇ ਲੰਗਰ ਸੜਕਾਂ 'ਤੇ ਲਾਈ ਫਿਰਦੇ ਹੁੰਦੇ ਆ। ਉਲਟੀ ਗੱਲ ਹੋ ਰਹੀ ਹੈ। ਜਿਹੜੀ ਗੱਲ ਦੱਸਣੀ ਸੀ ਉਹ ਨਹੀਂ ਦੱਸੀ, ਵੀ ਅਸੀਂ ਉਸ ਕੌਮ ਦੇ ਬੰਦੇ ਹਾਂ ਜਿਹੜੀ ਕੌਮ ਦੇ ਛੋਟੇ ਛੋਟੇ ਲਾਲ ਨੀਹਾਂ 'ਚ ਚਿਣੀ ਜਾਂਦੇ ਆ, ਪਰ ਸਿੱਖੀ ਨਹੀਂ ਛੱਡਦੇ। ਲੰਗਰ ਜੀ ਸਦਕੇ ਲਾਉਣੇ ਹੀ ਚਾਹੀਦੇ ਨੇ, ਅਤੇ ਇਦੋਂ ਵੀ ਵੱਧ ਲੱਗਣ, ਪਰ ਇਹ ਗੱਲ ਜ਼ਰੂਰ ਦੱਸੋ ਕਾਹਦੇ ਵਾਸਤੇ ਲੰਗਰ ਲਾਏ ਗਏ ਆ, ਇਹਦਾ ਭਾਵ ਕੀ ਹੈ, ਸਿੱਖਣਾ ਕੀ ਹੈ ਇਸ ਗੱਲ ਤੋਂ। ਪਹਿਲਾਂ ਉਹਨਾਂ ਅਸੂਲਾਂ ਨੂੰ ਧਾਰਨ ਕਰੀਏ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਇਹ ਵੀ ਮੰਨਣੀ ਚਾਹੀਦੀ ਹੈ ਸਾਧ ਸੰਗਤ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ।
ਹੋਈਆਂ ਭੁੱਲਾਂ ਦੀ ਖਿਮਾ। ਸੋ ਧੰਨਵਾਦ ਗੁਰੂ ਕੀ ਸੰਗਤ ਦਾ, ਇਸ ਪਰਿਵਾਰ ਨੇ ਜਿਹਨੇ ਉਦਮ ਕੀਤਾ। ਹਰ ਸਾਲ ਸੰਗਤਾਂ ਲਾਹੇ ਲੈਂਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਇਹ ਘੜੀਆਂ ਦਾ ਆਨੰਦ ਮਾਣਿਆ ਹੈ। ਜੀਵ ਦਾ ਸੁਭਾਅ ਭੁੱਲਣਹਾਰ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਭਾਈ ਹੋਈਆਂ ਭੁੱਲਾਂ ਦੀ ਖਿਮਾ। ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਾਓ ਜੀ, ਫੇਰ ਅਰਦਾਸ ਵੀ ਜੁੜਾਂਗੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਵਧੂਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਰੂਪ ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।